ठीक है, तो जो थोड़ा बहुत अपना काम ਵਿੱਚ ਰਹਿ ਗਿਆ ਕਰਨ ਵਾਲਾ ਆਪਾਂ ਉਹ ਕਰਦੇ ਆ, ਬਾਕੀ ਫਿਰ ਤੋਂ ਬਾਅਦ ਆਪਾਂ ਡਾਊਟਸ ਵੱਲ ਆਉਂਦੇ ਆ। ठीक है जी, ओके। तो एक चीज Good मिसिंग evening, रह गई sir. आप। हाँ जी, Excuse गुड me. इवनिंग, गुड इवनिंग जी। हाँ जी, सर मेरी ना 2-3 क्लासेस मिस हो गई से, प्लीज दस दो की चल रहा है। डिफरेंशियल क्वेश्चन चल रहे हैं जी। ओके सर। हाँ जी, डिफरेंशियल क्वेश्चन चल की रहा है, मतलब ऑलमोस्ट खत्म ही है, क्योंकि छोटा है टॉपिक है, इजी टॉपिक है, ऑलमोस्ट खत्म हो चुका है। ठीक है जी, थोड़ियां थोड़ियां निक्के निक्के चीजां ने जो जरा फॉर्मूले याद रखने वाले ਆਪਾਂ याद रखने ਉੱਤੇ ਆਪਾਂ ਥੋੜਾ ਜੋ ਆਪਣਾ ਕੰਮ ਰਹਿ ਗਿਆ ਉੱਤੇ ਪਾਉਂਦੇ ਅੱਜ। ਇੱਕ ਨਾ ਆਪਣੀ ਪਲੱਸ 2 ਵਾਲੇ ਜਿਹੜੀ ਚੀਜ਼ ਆਪਣੀ ਮਿਸਿੰਗ ਰਹਿ ਗਈ ਹੈ ਜੀ। ਠੀਕ ਹੈ ਜੀ, ਉਹ ਮੈਂ ਲਿਖਾ ਦੇਣਾ ਉੱਥੇ, ਦੁਬਾਰਾ ਕਰ ਲਈਏ। ਓਕੇ, that is linear differential equation। of first order and first degree। ये रह गया अपना। ठीक है जी, तो एक ही होंगी है इस तरीके की डिफरेंशियल इक्वेशन, that dy by dx plus py equal to q। ठीक है जी, इथे p अपना की होंदा जी, p ਤੇ q दोनों अपने की होंदे आ फंक्शंस ऑफ x। गुड इवनिंग जी। ठीक है, अपने दोनों की जी फंक्शंस ऑफ x। ठीक है जी, तो इन्हें सॉल्व करने का तरीका की है जी अपने को। इन्हें सॉल्व करने का तरीका ये होंदा कि आप ਲੱਭਦੇ इंटीग्रेटिंग फैक्टर। पहला इंटीग्रेटिंग फैक्टर, ਆਪਾਂ इंटीग्रेटिंग ਦੇ ਫਾਰਮੂਲੇ ਵੈਸੇ ਆਪਾਂ ਕਾਫੀ ਸਾਰੇ ਕਰ ਚੁੱਕੇ ਹਾਂ, ਪਰ ਜਿਹੜਾ ਇਹ ਵਾਲਾ ਇੰਟੀਗ੍ਰੇਟਿੰਗ ਫੈਕਟਰ ਆ, ਜਿਹੜਾ ਉੱਥੋਂ ਇੰਟੀਗ੍ਰੇਟਿੰਗ ਫੈਕਟਰ ਹੁੰਦਾ, ਦੋਨੋਂ ਅਲੱਗ-ਅਲੱਗ ਹੋ ਸਕਦੇ ਆ। ਠੀਕ ਹੈ, ਇਹ ਨਹੀਂ ਕਿ ਤੁਸੀਂ ਉੱਥੋਂ ਇੰਟੀਗ੍ਰੇਟਿੰਗ ਫੈਕਟਰ ਕੱਢੋ, ਇੱਥੋਂ ਇੰਟੀਗ੍ਰੇਟਿੰਗ ਫੈਕਟਰ ਕੱਢੋ, ਤੁਹਾਡਾ ਸੇਮ ਆਏਗਾ। ਠੀਕ ਹੈ ਜੀ, तो ਸਵਾਲ ਤੇ ਡਿਪੈਂਡ ਕਰਦਾ ਪੇਪਰ ਦੇ ਵਿੱਚ ਕਿ ਐਗਜ਼ਾਮੀਨਰ ਨੇ ਕਿਹੜੀ ਸਾਈਡ ਤੋਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਨੇ ਇਸ ਫਾਰਮ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਉਸ ਸਾਈਡ ਤੋਂ ਇੰਟੀਗ੍ਰੇਟਿੰਗ ਫੈਕਟਰ ਲੱਭ ਰਹੇ ਹੋ, ਤੁਸੀਂ ਹੋ ਸਕਦਾ ਤੁਹਾਨੂੰ ਲੱਭ ਜਾਏ ਪਰ ਉਹ ਵਾਲਾ ਇੰਟੀਗ੍ਰੇਟਿੰਗ ਫੈਕਟਰ ਜਿਹੜਾ ਆਪਸ਼ਨ ਵਿੱਚ ਨਾ ਹੋਵੇ। ਠੀਕ ਹੈ ਜੀ, तो ਕਾਰਨ ਦਾ ਪਤਾ ਕੀ ਹੈ, ਜਦੋਂ ਆਪਾਂ ਉਸ mdx plus ndy ਜਿਹੜੀ ਇਕੁਏਸ਼ਨ ਹੈ ਨਾ ਉਹਨੂੰ ਐਗਜ਼ੈਕਟ ਬਣਾਉਂਦੇ ਆ, ਉਹ ਇਕੁਅਲ ਟੂ 0 ਹੁੰਦਾ ਤੇ ਸਿਰਫ ਆਪਣੇ ਕੋ ਇਹ ਸਾਰੀ ਦੀ ਸਾਰੀ ਇਕੁਏਸ਼ਨ ਜਿਹੜੀ ਨਾ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਬਣ ਜਾਂਦੀ ਆ, ਇਧਰ ਵਾਲੀ ਸਾਰੀ। ਠੀਕ ਹੈ, ਇੱਥੇ ਆਪਣਾ ਕਹਿੰਦਾ ਸਿਰਫ ਜਿਹੜੀ ਲੈਫਟ ਹੈਂਡ ਸਾਈਡ ਹੈ ਨਾ, ਸਿਰਫ ਇੱਕ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਬਣਦੀ ਆ, ਬਾਕੀ ਇਹ ਵਾਲਾ ਨਹੀਂ ਬਣਦਾ ਕਿਸੇ ਦਾ ਨਾਲ। ਠੀਕ ਹੈ, ਕੋਈ ਜ਼ਰੂਰੀ ਨਹੀਂ ਬਣੇ। तो दैट्स वाई दोनों का फर्क आ सकता है इंटीग्रेटिंग फैक्टर का। ठीक है, हो सकता है ਤੁਸੀਂ ਜੋ ਇੰਟੀਗ੍ਰੇਟਿੰਗ ਫੈਕਟਰ ਕੱਢੋ ਉਹਨਾਂ ਪੰਜ ਮੈਥਡਸ ਨਾਲ ਲਾ ਕੇ ਉਹ ਅਲੱਗ ਹੋਵੇ, ਜਿਹੜਾ ਇੱਥੋਂ ਆ ਰਿਹਾ ਉਹ ਅਲੱਗ ਹੋਵੇ। ਠੀਕ ਹੈ ਜੀ, तो ਡਿਪੈਂਡ ਕਰਦਾ ਐਗਜ਼ਾਮੀਨਰ ਨੇ ਕਿੱਧਰੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਹੋ ਸਕਦਾ ਆਪਸ਼ਨ ਦੇ ਵਿੱਚ ਜਿਹੜਾ ਤੁਸੀਂ ਉਧਰੋਂ ਲੱਭਿਆ ਨਾ ਹੋਵੇ। ਠੀਕ ਹੈ, तो ਥੋੜਾ ਇਹ ਵੇਖਣਾ ਪਏਗਾ ਆਪਾਂ ਨੂੰ। ਸੋ ਇੱਥੇ ਆਪਣੇ ਕੋਲ ਇੰਟੀਗ੍ਰੇਟਿੰਗ ਫੈਕਟਰ ਲੱਭਣ ਦਾ ਤਰੀਕਾ ਕੀ ਹੈ, e raised to power ਇੰਟੀਗ੍ਰੇਸ਼ਨ pdx। ਠੀਕ ਹੈ, ਮਤਲਬ ਇਹ ਜਿਹੜਾ p ਲੱਗਾ ਨਾਲ ਇਹਦੀ ਇੰਟੀਗ੍ਰੇਸ਼ਨ x ਨਾ ਕਰਨੀ, ਉਹਨੂੰ ਜੋ ਵੀ ਹੈ ਉਹਨੂੰ e ਦੀ ਪਾਵਰ ਬਣਾ ਦੇਣਾ। ਤੇ ਸੋਲੂਸ਼ਨ ਕਿਦਾਂ ਲੱਭਦੇ ਆ, ਸੋਲੂਸ਼ਨ ਲੱਭਣ ਦਾ ਸੌਖਾ ਤਰੀਕਾ ਹੈ ਜੀ, that y multiplied by integrating factor is equal to integration, हाँ जी, q multiplied by integrating factor dx plus c। ठीक है जी, इसका सॉल्यूशन है। एग्जांपल दसदे ਆਪਾਂ, ਉਹਨਾਂ सब कुछ क्लियर हो जाएगा। सो एग्जांपल देखो, एग्जांपल ठीक है जी। सो एग्जांपल अपने को बन गया अपने को dy by dx plus p y equal to q। सो दोनों की x ਦੇ ਫੰਕਸ਼ਨ ਹੋਣੇ ਜਿਹਦੇ x ਦੇ ਫੰਕਸ਼ਨ ਆ ਰਹੇ ਨੇ ਆਪਣੇ। ਸੋ ਇੱਥੇ ਆਪਣੇ ਕੋਲ p ਕਿੰਨਾ ਹੈ ਜੀ 1 by x ਤੇ q ਆਪਣੇ ਕੋਲ ਕਿੰਨਾ ਹੈ ਜੀ x ਦਾ ਸਕੁਅਰ। ਸੋ ਵੇਖੋ ਆਪਣੇ ਕੋਲ ਇੰਟੀਗ੍ਰੇਟਿੰਗ ਫੈਕਟਰ ਆਪਣੇ ਕੋਲ ਇੱਥੇ ਕੀ ਆਏਗਾ, ਇੰਟੀਗ੍ਰੇਟਿੰਗ ਫੈਕਟਰ ਵਿਲ ਬੀ e raised to power ਇੰਟੀਗ੍ਰੇਸ਼ਨ p dx। ठीक है, सो अपने को की बन गया e raised to power, ਇਹਦੀ ਇੰਟੀਗ੍ਰੇਸ਼ਨ ਕਿੰਨੀ ਆ ਗਈ ਆਪਣੇ ਕੋਲ, ਨੈਚੁਰਲ log of x ਆ ਗਈ ਐਂਡ e ਐਂਡ log ਕੈਨਸਲ ਹੋ ਗਿਆ, ਆਪਣੇ ਕੀ ਆ ਗਿਆ ਜੀ x ਆ ਗਿਆ। ਸੋ ਇੰਟੀਗ੍ਰੇਟਿੰਗ ਫੈਕਟਰ ਆਪਣੇ ਕੋਲ ਕੀ ਆ ਰਿਹਾ ਜੀ x ਆ ਰਿਹਾ। ਸੋ ਆਪਣੇ ਕੋਲ ਸੋਲੂਸ਼ਨ ਕੀ ਹੋਏਗਾ ਇਹਦਾ, ਦਾ ਸੋਲੂਸ਼ਨ ਆਪਣੇ ਕੋਲ ਹੋਏਗਾ ਜੀ y into integrating factor that is x
is equal to q into integrating factor x square into x dx plus c. So this is xy is equal to a बन गया x cube. So integration आ जाएगी x की power 4 by 4 plus c. So x ना divide कर दोगे you will get x cube by 4 plus c by x से अपना आ जाएगा जी solution where c is arbitrary constant. Okay जी? Yes, sir. ठीक है जी तो ਅੱਗੇ ਚੱਲਦੇ ਹਾਂ ਨੈਕਸਟ ਕਿ ਇਹ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਦੀ ਉਲਟੀ ਫਾਰਮ 'ਚ ਵੀ ਆ ਸਕਦੀ ਹੈ ਆਪਾਂ ਨੂੰ ਕਿ ਜਿੱਥੇ ਆਪਣਾ y ਇੰਡੀਪੈਂਡੈਂਟ ਵੇਰੀਏਬਲ ਹੈ x ਡਿਪੈਂਡੈਂਟ ਵੇਰੀਏਬਲ ਹੈ ਇਦਾਂ ਹੋ ਸਕਦੀ ਹੈ ਆਪਣੇ ਕੋਲ dx by dy plus px equal to q ਇੱਥੇ p ਤੇ q ਕੀ ਹੋਣਗੇ ਦੋਵੇਂ ਆਪਣੇ ਫੰਕਸ਼ਨਸ ਆਫ y ਫੰਕਸ਼ਨਸ ਆਫ y ਓਨਲੀ ਸੋ ਇੱਥੇ ਆਪਣਾ ਇੰਟੀਗ੍ਰੇਟਿੰਗ ਫੈਕਟਰ ਕੀ ਹੋਏਗਾ ਜੀ e raised to power integration p dy ਤੇ ਸੋਲੂਸ਼ਨ ਕੀ ਹੋਏਗਾ ਆਪਣੇ ਕੋਲ x into integrating factor is equal to q into integrating factor dy plus c okay जी Yes, sir. नेक्स्ट एक छोटी सी फॉर्म अपने को है बर्नौलीज इक्वेशन एक्सक्यूज मी सर सॉरी सर ये नवा टॉपिक है नहीं डिफरेंशियल क्वेश्चन चल रहा है जी अपना नहीं सर मतलब कि आज कुछ नवा करवाया है नहीं कि नवा कुछ नहीं पुराना कर रहे अपना ना एक छोटी चीज मिसिंग रह गई सी लीनियर डिफरेंशियल क्वेश्चन वाली अपनी विच वो रह ठीक गई है सी सर। बस वो कर दें ठीक है ठीक वो छोटी किसी विच अपनी ओके सो ठीक सो ये होंदी है dy by dx प्लस रुको ठीक है जी, एक मिनट ठीक है जी सो ये होंदी बर्नौलीज डिफरेंशियल इक्वेशन एक इत्थे ई नहीं होंदा ठीक है ये जी अपने को बर्नौलीज डिफरेंशियल इक्वेशन तो इनू ਸੋਲਵ ਕਿਦਾਂ ਕਰੀਦਾ ਇਹਨੂੰ ਲੀਨੀਅਰ ਚ ਕਨਵਰਟ ਕਰੀਦਾ ਹਾਂਜੀ ਕੋਈ ਕਰ ਸਕਦਾ ਲੀਨੀਅਰ ਚ ਕਨਵਰਟ ਇਹਨੂੰ ਲੀਨੀਅਰ ਚ ਕਨਵਰਟ ਕਰਨ ਲਈ ਆਪਣੇ ਕੋਲ ਇੱਥੇ y ਨਹੀਂ ਨਾ ਹੁੰਦਾ ਨਾਲ ਸੋ ਆਪਣਾ ਇਸ y ਦੀ ਪਾਵਰ ਨੂੰ ਹਟਾਉਣਾ ਪਏਗਾ ਸੋ y ਦੀ ਪਾਵਰ n ਨਾਲ ਇਹਨੂੰ ਡਿਵਾਈਡ ਕਰ ਦਿਓ ਠੀਕ ਹੈ ਜੀ ਆਪਣੇ ਕੋਲ ਬਣ ਜਾਏਗਾ ਇੱਥੇ 1 upon y ਦੀ ਪਾਵਰ n dy by dx plus p upon ਹਾਂਜੀ y ਦੀ ਪਾਵਰ ਕਿੰਨੀ ਆ ਜਾਏਗੀ ਇੱਥੇ n 1 ਆ ਜਾਏਗੀ is equal to q ठीक है जी तो क्या करो हम ए जो ए टर्म है इथे हम z पुट कर लो पुट कर दो z सो z पुट करांगे ठीक है सो अपने की बन गया जो बन जाएगा अपने को y रेज टू पावर 1 माइनस n इज इक्वल टू z सो डेरिवेटिव करांगे अपने को dy बाय dx कितना आ जाएगा जी कितना आएगा अपने को dy बाय dx दसो इथे मेनू हाँ जी 1 माइनस n y पावर माइनस n dy बाय dx is equal to
dz by dx। ठीक है जी, सो अपने को आ गया 1 upon y ਦੀ ਪਾਵਰ n dy by dx is equal to 1 upon 1 minus n dz by dx। सो इन्हें सब्स्टिट्यूट कर दियो, सो अपने को बन जाएगा 1 upon into dz by dx plus dz is equal to q। ठीक है जी, ਹੁਣ ਇਸ ਨੂੰ 1 by ਉਧਰ ਮਲਟੀਪਲਾਈ ਕਰਨਾ ਤੁਸੀਂ ਕਰ ਲਓ, ਤੁਹਾਡੇ ਕੋਲ ਬਣ ਜਾਏਗਾ dz by dx plus 1 minus n pz is equal to 1 minus n into q। ਹੁਣ ਦੇਖੋ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ ਹੈ, ਇਹ ਇਕੱਲਾ x ਦਾ ਫੰਕਸ਼ਨ ਹੈ, ਇਹ ਵੀ ਇਕੱਲਾ x ਦਾ ਫੰਕਸ਼ਨ ਹੈ, ਇੱਥੇ dy by dx ਵਾਲੀ ਟਰਮ ਬਣ ਚੁੱਕੀ ਹੈ ਆਪਣੇ ਕੋਲ। ਸੋ ਆਪਾਂ ਇਸ ਤਰੀਕੇ ਜਿਹਨੂੰ ਕਨਵਰਟ ਕਰਕੇ ਫਿਰ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ। ਤਾਂ ਇਹਦੇ ਉੱਪਰ ਸਵਾਲ ਬਹੁਤਾ ਲੰਬਾ ਨਹੀਂ ਹੁੰਦਾ ਕਦੀ, ਠੀਕ ਹੈ, ਵੱਧ ਤੋਂ ਵੱਧ ਆਇਆ ਇੱਥੇ y ਸਕੁਅਰ ਹੋਏਗਾ, ਤੋਂ ਵੱਧ ਕੁਝ ਨਹੀਂ ਆਏਗਾ। ਪਰ ਇਹਦੇ ਉੱਪਰ ਸਵਾਲ ਇੱਕ ਵਾਰੀ ਆ ਚੁੱਕਾ ਪੇਪਰ 'ਚ, ਕੀ ਆਇਆ ਕਿ ਇਹ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੈ, ਪੁੱਛਿਆ ਹੈ ਕਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਹੈ, ਮਤਲਬ ਬੇਸਿਕਲੀ ਨਾਂ ਯਾਦ ਰੱਖਣਾ ਆਪਾਂ ਕਿਹੜੀ ਇਕੁਏਸ਼ਨ ਹੈ ਜੀ, ਬਰਨੌਲੀਜ਼ ਡਿਫਰੈਂਸ਼ੀਅਲ ਇਕੁਏਸ਼ਨ। ਠੀਕ ਹੈ ਜੀ, Yes, sir. ਤੇ ਬਸ ਇੰਨਾ ਬੇਸਿਕ ਸਵਾਲ ਤਾਂ ਪੁੱਛਿਆ ਗਿਆ ਇੱਕ ਅੱਧੀ ਵਾਰ। ਅੱਛਾ ਇੱਕ ਚੀਜ਼ ਹੋਰ, ਗੁੱਡ ਇਵਨਿੰਗ ਸਰ। ਗੁੱਡ ਈਵਨਿੰਗ ਜੀ। ਸਰ ਕਿੰਨਾ ਕੁ ਹੋ ਗਿਆ? ਬਸ ਇੰਨਾ ਕੁ ਹੋਇਆ ਜੀ, ਬਸ ਇਹੀ। ਠੀਕ ਹੈ ਸਰ, ਥੈਂਕ ਯੂ। ਓਕੇ, ਇੱਕ ਚੀਜ਼ ਹੋਰ ਵੈਲਿਊਏਟ ਕਰਕੇ ਵੇਖੋ, ਕਿਉਂਕਿ ਪੇਪਰ 'ਚ ਇੱਕ ਅੱਧੀ ਵਾਰੀ ਪੁੱਛੀ ਗਈ ਹੈ, ਉਸ ਤੋਂ ਦੁਬਾਰਾ ਪੁੱਛੀ ਜਾਵੇ। ਹਾਂਜੀ, ਇਹਦਾ ਆਨਸਰ ਦੱਸੋ ਤਾਂ ਵੀ ਕੀ ਆਏਗਾ। 1 upon d minus alpha ਨੂੰ ਆਪਾਂ ਆਪਰੇਟ ਕਰਨਾ e raised per beta x ਦੇ ਉੱਪਰ, ਇਹ ਬਿਲਕੁਲ ਕੱਲ ਵਰਗਾ ਹੈ, ਜਿਵੇਂ ਆਪਾਂ ਜਿੱਦਾਂ ਆਪਾਂ ਪਾਰਟਿਕੂਲਰ ਇੰਟੈਗਰਲ ਕੱਢ ਰਹੇ ਸੀ ਨਾ, ਉਹਦੇ ਵਰਗਾ ਹੈ। ਠੀਕ ਹੈ ਜੀ, ਪਰ ਥੋੜਾ ਜਿਹਾ ਕੀ ਹੈ, ਪਰ ਬੀਟਾ ਮਾਈਨਸ ਅਲਫਾ ਇਨਟੂ ਇੱਕ ਤੇ ਉਹ ਆ ਜਾਏਗਾ। ਠੀਕ ਹੈ ਜੀ, ਉੱਥੋਂ ਆ ਜਾਏਗਾ। ਠੀਕ ਹੈ ਜੀ, ਇੱਕ ਹੋਰ ਚੀਜ਼ ਹੈ ਇੱਥੇ ਸਿੱਧਾ ਆਪਣੇ ਕੋਲ ਆ ਜਾਏਗਾ ਜੀ, this is 1 upon beta minus alpha e raised to power alpha x। ਠੀਕ ਹੈ ਜੀ, ਆ ਜਾਏਗਾ ਆਪਣੇ ਕੋਲ ਸਿੱਧਾ ਹੀ। ਓਕੇ, ਨੈਕਸਟ ਆਪਣੇ ਕੋਲ ਦੋ ਚੀਜ਼ਾਂ ਯਾਦ, ਥੋੜੇ ਜਿਹੇ ਆਪਣੇ ਕੋਲ ਫਾਰਮੂਲਾ ਯਾਦ ਰੱਖਣ ਵਾਲੇ ਨੇ, ਆਪਾਂ ਉੱਤੇ ਪਹੁੰਚਦੇ ਹਾਂ। ਆਪਣੇ ਕੋਲ ਹੈਗਾ ਨੈਕਸਟ ਇਜ਼ ਲੈਜੈਂਡਰੀਜ਼ ਇਕੁਏਸ਼ਨ ਐਂਡ ਬੈਸਲਸ ਇਕੁਏਸ਼ਨ, ਉਹ ਕਰਨਾ ਹੈ ਆਪਾਂ। ਸਟਿਕ ਮਿੰਟ ਦਿਓ ਮੈਨੂੰ। ਲੈਜੈਂਡਰੀਜ਼ ਇਕੁਏਸ਼ਨ ਤੇ ਬੈਸਲਸ ਇਕੁਏਸ਼ਨ ਦੇ ਵਿੱਚ ਆਪਾਂ ਸਿਰਫ ਇਹ ਯਾਦ ਰੱਖਣਾ ਹੈ ਕਿ ਲੈਜੈਂਡਰੀ ਇਕੁਏਸ਼ਨ ਕਿਹੜੀ ਹੁੰਦੀ ਆ, ਲੈਜੈਂਡਰੀ ਫੰਕਸ਼ਨ ਕੀ ਆ, ਤੇ ਉਹਦੀਆਂ ਦੋ ਚਾਰ ਪ੍ਰੋਪਰਟੀਆਂ। ਬੈਸਲਸ ਇਕੁਏਸ਼ਨ ਕਿਹੜੀ ਆ, ਬੈਸਲਸ ਇਕੁਏਸ਼ਨ ਦਾ ਸੋਲੂਸ਼ਨ ਕੀ ਆ, ਸੋਲੂਸ਼ਨ ਯਾਦ ਨਹੀਂ ਕਰਨਾ ਆਪਾਂ, ਜੋ ਵੀ ਦਾ ਸੋਲੂਸ਼ਨ ਉਹਦੀਆਂ ਦੋ ਚਾਰ ਪ੍ਰੋਪਰਟੀਆਂ। ਇਸ ਤੋਂ ਬਾਅਦ ਬਾਹਰ ਸਵਾਲ ਕਦੀ ਨਹੀਂ ਹੁੰਦਾ, ਬਹੁਤਾ ਨਾ ਆਪਾਂ ਨੂੰ ਉਹਨੂੰ ਸੋਲਵ ਕਰਨ ਦੀ ਲੋੜ ਹੈ, ਕਦੀ ਸੋਲੂਸ਼ਨ ਦੇ ਉੱਪਰ ਸਵਾਲ ਕਦੀ ਨਹੀਂ ਹੁੰਦਾ। ਠੀਕ ਹੈ ਜੀ, ਨੈਕਸਟ ਇਜ਼ ਲੈਜੈਂਡਰੀਜ਼ ਫੰਕਸ਼ਨ ਜਾਂ ਲੈਜੈਂਡਰੀਜ਼ ਡਿਫਰੈਂਸ਼ੀਅਲ ਇਕੁਏਸ਼ਨ। ਲੈਜੈਂਡਰੀਜ਼ ਡਿਫਰੈਂਸ਼ੀਅਲ ਇਕੁਏਸ਼ਨ ਕੋਈ ਕੁਝ ਨਹੀਂ ਹੈ ਜੀ, ਇੱਕ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਕਿਹੜੀ, ਇਹ ਵਾਲੀ। ਸਭ ਨੂੰ ਇਹ ਡਿਫਰੈਂਸ਼ੀਅਲ ਇਕੁਏਸ਼ਨ ਯਾਦ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਦਿਸ ਇਜ਼ 1 minus x square d2y by dx square minus 2x dy by dx plus n into n plus 1 y equal to 0। ਠੀਕ ਹੈ ਜੀ, where n is any real number, ਇਹਨੂੰ ਆਪਾਂ ਕਹਿੰਦੇ ਆ ਲੈਜੈਂਡਰੀਜ਼ ਡਿਫਰੈਂਸ਼ੀਅਲ ਇਕੁਏਸ਼ਨ। ਸਭ ਨੂੰ ਇਹਦੀ ਫਾਰਮ ਯਾਦ ਹੋਣੀ ਚਾਹੀਦੀ ਆ, ਅਗਰ ਪੇਪਰ 'ਚ ਪੁੱਛ ਲਿਆ ਜਾਏ ਡਿਫਰੈਂਸ਼ੀਅਲ ਇਕੁਏਸ਼ਨ ਕਿਹੜੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਦਿਸ ਇਜ਼ ਲੈਜੈਂਡਰੀਜ਼ ਡਿਫਰੈਂਸ਼ੀਅਲ ਇਕੁਏਸ਼ਨ। ਇਹਦੇ 'ਚ ਇੱਕ ਹੋਰ ਖਾਸੀਅਤ ਆ ਕਿ ਜਿਹੜੀ ਇਹ ਟਰਮ ਹੈ, ਇਹ ਇਸ ਟਰਮ ਦਾ ਡੈਰੀਵੇਟਿਵ ਹੈ। ਅਗਰ ਕਿਸੇ ਨੇ ਐਮਐਸਸੀ ਆਪਣੀ 'ਚ ਸੈਲਫ ਐਡਜॉइंट ਇਕੁਏਸ਼ਨਸ ਪੜ੍ਹੀਆਂ ਹੋਣ, ਜਿੱਥੇ ਇਹ ਵਾਲੀ ਟਰਮ ਇਹਦਾ ਡੈਰੀਵੇਟਿਵ ਹੁੰਦਾ, ਉਹਨੂੰ ਆਪਾਂ ਕਹਿੰਦੇ ਕੀ ਕਹਿ ਦਿੰਦੇ ਆ, ਸੈਲਫ ਐਡਜॉइंट ਡਿਫਰੈਂਸ਼ੀਅਲ ਇਕੁਏਸ਼ਨ। ਦਿਸ ਇਜ਼ ਕਿਹੜੀ ਹੈ ਜੀ, ਇਹ ਲਿਖ ਦਿਓ ਸੈਲਫ ਐਡਜॉइंट ਡਿਫਰੈਂਸ਼ੀਅਲ ਇਕੁਏਸ਼ਨ। this is self adjoint differential equation। ਤੁਹਾਨੂੰ ਯਾਦ ਹੋਣਾ ਚਾਹੀਦਾ ਕਿਹੜੀ ਲੈਜੈਂਡਰੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਜੀ, ਕੀ ਉਹ
ਉਹ ਸੈਲਫ ਐਡਜੋਇੰਟ ਆ। ਤਾਂ ਆਪਾਂ ਇਹਨੂੰ ਇੱਕ ਹੋਰ ਫਾਰਮ ਵਿੱਚ ਲਿਖ ਸਕਦੇ ਹਾਂ, ਜਿਸ A ਟਰਮ ਨੂੰ ਆਪਾਂ ਇਕੱਠਾ ਕਰਕੇ ਕਿੱਦਾਂ ਲਿਖ ਸਕਦੇ ਹਾਂ, d/dx of 1 minus x square into dy/dx plus n into n plus 1 y equal to 0। ਠੀਕ ਹੈ ਜੀ। तो ध्यान ਨਾਲ ਕਿ ਖੋਲ ਕੇ ਵੇਖੋਗੇ ਨਾ, ਇਹੀ ਬੰਨਾ, ਕੋਈ ਫਰਕ ਨਹੀਂ ਹੈਗਾ ਦੋਵਾਂ ਚ, ਦੋਨੋਂ ਚੀਜ਼ਾਂ ਸੇਮ ਨਹੀਂ। ਬਸ ਤੁਹਾਨੂੰ ਪਤਾ ਹੋਣਾ ਕਿ ਜੋ ਆਪਣੀ ਇਕੁਏਸ਼ਨ ਹੈ ਇਹ ਲੈਜੈਂਡਰੀ ਡਿਫਰੈਂਸ਼ੀਅਲ ਇਕੁਏਸ਼ਨ ਹੈ। ਨੈਕਸਟ ਇਜ਼ ਲੈਜੈਂਡਰੀ ਫੰਕਸ਼ਨ। ਕੀ ਹੁੰਦਾ ਹੈ? ਉਹ ਆਪਣਾ ਮੇਨ ਕੰਮ ਹੈ। ਲੈਜੈਂਡਰੀ ਫੰਕਸ਼ਨ ਦਾ ਫਾਰਮੂਲਾ ਯਾਦ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ, ਉਹਦੀ ਪ੍ਰੋਪਰਟੀਜ਼ ਯਾਦ ਕਰਨੀ ਆਪਾਂ। The solution of Legendre's differential equation are called Legendre's function। Sorry। ਠੀਕ ਹੈ ਜੀ। ਇਹਨੂੰ ਜੋ ਸੋਲੂਸ਼ਨ ਨੇ ਆਪਾਂ ਕਹਿੰਦੇ ਲੈਜੈਂਡਰੇਸ ਫੰਕਸ਼ਨ ਕਹਿ ਦਿੰਦੇ ਆ। ਇਹਦਾ ਫਾਰਮੂਲਾ ਲੰਬਾ ਚੌੜਾ ਮੈਂ ਲਿਖ ਦਿੰਦਾ ਹੈ, ਪਰ ਯਾਦ ਨਹੀਂ ਕਰਨਾ, ਕਿਉਂਕਿ ਆਪਣੇ ਕਿਸੇ ਕੰਮ ਦਾ ਨਹੀਂ ਹੈਗਾ। ਠੀਕ ਹੈ ਜੀ। ਸੋ ਦਾ ਫਾਰਮੂਲਾ pnx। ਠੀਕ ਹੈ, p ਨਾਲ ਡਿਨੋਟ ਕਰਦੇ ਆਪਾਂ ਲੈਜੈਂਡਰੇ ਫੰਕਸ਼ਨ ਨੂੰ। ਦਾ ਫਾਰਮੂਲਾ ਹੈ ਜੀ k from 0 to t। ਠੀਕ ਹੈ ਜੀ। -1 ਦੀ ਪਾਵਰ k 2n minus 2k factorial 2 raised to power n k factorial n minus k factorial n minus 2k factorial x to the power n minus 2k। दिस इज द फॉर्मूला। ਇਹਨੂੰ ਯਾਦ ਨਹੀਂ ਕਰਨਾ। ਦੂਜੀ ਇੱਕ ਹੋਰ ਸੌਲਟ ਹੈ, ਟੀ ਕੀ ਹੈ ਜੀ? ਟੀ ਇਦਾਂ ਲਿਖਦੇ ਟੀ ਦੀ ਜਗ੍ਹਾ ਤੇ ਆਪਾਂ ਕੀ ਰੱਖਣਾ ਹੈ? n/2 ਰੱਖਣਾ ਹੈ ਆਪਾਂ, ਅਗਰ n ਆਪਣਾ ਈਵਨ ਹੈ। if n is even। ठीक है, and this will be n minus 1/2 if n is odd। ठीक है जी। ਫਾਰਮੂਲਾ ਯਾਦ ਕਰਨ ਦੀ ਕੋਈ ਲੋੜ ਨਹੀਂ, ਫਾਰਮੂਲੇ ਦੇ ਉੱਪਰ ਬੇਸ ਆਪਾਂ ਨੂੰ ਸਵਾਲ ਕਦੀ ਨਹੀਂ ਆਏਗਾ। ਠੀਕ ਹੈ ਜੀ। pn ਦਾ ਇੱਕ ਹੋਰ ਫਾਰਮੂਲਾ ਹੈ ਜਿਹਨੂੰ ਰੋਡਰਿਗਸ ਫਾਰਮੂਲਾ ਕਹਿੰਦੇ ਹੋ, ਤਾਂ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ। ਠੀਕ ਹੈ ਜੀ। ਰੋਡਰਿਗਸ ਫਾਰਮੂਲਾ ਫॉर ਲੈਜੈਂਡਰੇਸ ਫੰਕਸ਼ਨ। ਉਹਨੇ ਆਪਣੇ ਸਵਾਲ ਕਰਾਉਣੇ, ਉਹੀ ਦਾ ਸਵਾਲ ਕਰਾਉਣੇ ਕਿ ਉਸ ਦਾ ਪੇਪਰ ਚ ਉਹੀ ਪੁੱਛ ਲਿਆ ਜਾਂਦਾ ਹੈ। ਰੋਡਰਿਗਸ ਫਾਰਮੂਲਾ Rodrigues formula for Legendre's function। formula अपने को है जी इधे है। that pnx is equals to 1/2 raised to power n factorial into n factorial nth derivative of x square minus 1 ਦੀ power n। ਠੀਕ ਹੈ ਜੀ। ਇਹ ਫਾਰਮੂਲਾ ਹੈ, ਤੁਸੀਂ ਇਹਨੂੰ ਯਾਦ ਕਰਨਾ ਤੁਸੀਂ ਕਰ ਸਕਦੇ ਹੋ, ਪਰ ਇਹਨੂੰ ਵੀ ਯਾਦ ਕਰਨ ਦੀ ਜਗ੍ਹਾ ਤੁਹਾਨੂੰ ਸਿੱਧੇ ਮੈਂ 4-5 ਵੈਲਿਊਜ਼ ਯਾਦ ਕਰਾ ਦੇਣੀ ਹੈ। ਆਪਣਾ ਸਵਾਲ ਹੁੰਦਾ ਉਹਨਾਂ ਵਿੱਚੋਂ ਹੀ ਕੋਈ ਨਾ ਕੋਈ ਆਊਗਾ। ਠੀਕ ਹੈ ਜੀ। ਸੋ p0x ਅਗਰ n ਆਪਣਾ 0 ਹੋਏ, ਸੋ p0x ਆਪਣਾ ਕਿੰਨਾ ਹੁੰਦਾ ਹੈ ਜੀ? 1 ਹੁੰਦਾ ਹੈ। p1x ਆਪਣਾ ਕਿੰਨਾ ਹੁੰਦਾ, ਅਗਰ ਮਤਲਬ ਆਪਣਾ n 1 ਹੋਏ, p1x ਆਪਣਾ x ਆ ਜਾਂਦਾ ਹੈ। ਠੀਕ ਹੈ ਜੀ। ਅਗਰ p2x ਮਤਲਬ n ਆਪਣਾ 2 ਹੈ, ਕਿੰਨਾ ਹੁੰਦਾ ਜੀ ਆਪਣੇ ਕੋਲ? ਹਾਫ 3x ਸਕੁਅਰ ਮਾਈਨਸ 1। ਇਹ ਯਾਦ ਕਰਨੇ ਆਪਾਂ। ਠੀਕ ਹੈ ਜੀ। p3x
This will be 1 by 2, 5x cube minus 3x. P4x 1 by 8, 35 x the power 4 minus 30x square plus 3. ठीक है, 3 तक याद कर लो या 2 तक याद कर लो, सारा याद करने की लोड़ ਆਪਾਂ ਨੂੰ नहीं हैगी. So P5x is 1 by 8, 63x power 5 minus 70 x cube plus 15x. ठीक है जी, इन्हीं के फॉर्मूले ने. Some important results. ਇਹਨਾਂ ਨੂੰ ਹੁਣ ਯਾਦ ਕਰੋ ਕਿ ਤੁਹਾਨੂੰ ਭੁੱਲ ਜਾਣਗੇ, ਸੋ ਇੱਕ ਬੈਟਰ ਹੈ ਕਿ ਤੁਸੀਂ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਇਹਨਾਂ ਨੂੰ ਯਾਦ ਕਰੋ. ਠੀਕ ਹੈ ਜੀ, ਹੁਣ ਇਹਨਾਂ ਨੂੰ ਯਾਦ ਕਰਨ ਤੇ ਨਾ ਜਾਓ, ਲਾਸਟ ਤੱਕ ਤੁਹਾਨੂੰ ਵੈਸੇ ਭੁੱਲ ਜਾਣੀ. ਸੋ ਬੈਟਰ ਕਿ ਤੁਸੀਂ ਇਹਨੂੰ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਜਾ ਕੇ ਹੀ ਯਾਦ ਕਰੋ. ਨੰਬਰ 1 ਇਜ਼ Pn1 is equal to 1. 1 ਦੇ ਉੱਪਰ ਹਮੇਸ਼ਾ ਵੈਲਿਊ ਕਿੰਨੀ ਹੁੰਦੀ ਹੈ ਜੀ ਦੀ? 1 ਹੁੰਦੀ ਹੈ ਲੈਜੈਂਡਰੀ ਫੰਕਸ਼ਨ ਦੀ. ਨੰਬਰ 2 Pnx is equal to -1 ਦੀ ਪਾਵਰ n into Pnx. ਇਹ ਇੰਪੋਰਟੈਂਟ ਹੈ ਜੀ. ਹੁਣ ਇਸ ਧਿਆਨ ਨਾਲ ਵੇਖੋ, ਅਗਰ ਆਪਣਾ n odd ਹੈ, ਅਗਰ ਆਪਣਾ n odd ਹੈ, ਇੱਥੋਂ ਆਪਣਾ ਕੀ ਆ ਜਾਏਗਾ that Pn -x ਹੈ. ਠੀਕ ਹੈ, will be -x. ਸੋ ਇੱਥੇ ਆਪਣੇ ਕੋ ਆ ਜਾਏਗਾ Pn of -x is equal to minus Pnx. मतलब अगर n odd है then Pn अपना की है जी odd फंक्शन है, और अगर अपना n even है अपने को किया जाएगा Pn of -x is equal to Pnx. मतलब अगर अपना n जो even है then Pn किया जी even फंक्शन है. सो इथे लिख लो, if n is odd Pn is odd function. And if n is even, Pn is even function. ठीक है जी. ਸੋ ਇਹ ਜੋ ਥੋੜਾ ਬਹੁਤ ਫਾਰਮੂਲੇ ਨੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ. ਬਾਕੀ ਦੇ ਰੈਕਰੈਂਸ ਰਿਲੇਸ਼ਨਸ ਹੈਗੇ ਨੇ, ਉਹਨਾਂ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ ਹੈ. ਠੀਕ ਹੈ ਜੀ. ਠੀਕ ਹੈ. ਨੈਕਸਟ ਇਜ਼ ਆਰਥੋਗੋਨੈਲਿਟੀ ਆਫ ਲੈਜੈਂਡਰੀ ਪੋਲੀਨੋਮੀਅਲਸ. ਥੋੜਾ ਯਾਦ ਰੱਖਣਾ ਦੇ ਬਾਰੇ ਆਪਾਂ ਦਾ ਕੀ ਮਤਲਬ ਹੈ. ਆਰਥੋਗੋਨੈਲਿਟੀ ਆਫ ਲੈਜੈਂਡਰੀ ਪੋਲੀਨੋਮੀਅਲਸ. ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਜੀ ਦੋ ਰਿਜ਼ਲਟ ਆਪਾਂ ਯਾਦ ਰੱਖਣੇ that -1 to 1 Pmx into Pnx dx ਹਮੇਸ਼ਾ ਇੰਟੀਗ੍ਰੇਸ਼ਨ ਕੀ ਹੁੰਦੀ ਹੈ 0 for m not equal to n. ਠੀਕ ਹੈ ਜੀ. ਮਤਲਬ ਦੋ ਡਿਸਟਿੰਕਟ ਲੈਜੈਂਡਰੀ ਪੋਲੀਨੋਮੀਅਲ ਦੀ ਪ੍ਰੋਡਕਟ ਕਰਕੇ -1 to 1 ਦੇ ਵਿੱਚ ਆਪਾਂ ਉਹਦੀ ਇੰਟੀਗ੍ਰੇਸ਼ਨ ਕਰਾਂਗੇ, ਆਪਣਾ ਇੱਕ ਹਮੇਸ਼ਾ ਆਨਸਰ ਕਿੰਨਾ ਆਏਗਾ ਜੀ? ਹਮੇਸ਼ਾ ਆਨਸਰ ਆਏਗਾ ਆਪਣੇ ਕੋਲ 0. ਠੀਕ ਹੈ ਜੀ. ਐਂਡ ਨੰਬਰ 2 ਇਹ ਵੀ ਯਾਦ ਰੱਖਣਾ ਹੈ ਆਪਾਂ, ਪੇਪਰ ਚ ਇੱਕ ਦੀ ਵਾਰ ਪੁੱਛਿਆ ਗਿਆ ਡਾਇਰੈਕਟਲੀ ਇਹ -1 to 1 Pn x ਦਾ ਸਕੁਅਰ dx ਕਾਹਦੇ ਇਕੁਅਲ ਹੁੰਦਾ ਜੀ 2/2n + 1. ਠੀਕ ਹੈ ਜੀ. ਅਗਰ ਵੈਸੇ ਨਹੀਂ ਵੀ ਯਾਦ ਕਿਸੇ ਨੂੰ ਰਿਜ਼ਲਟ ਹੈ ਤਾਂ ਆਪਾਂ ਨੂੰ P1 ਦੀ ਵੈਲਿਊ ਪਤਾ ਕਿੰਨੀ ਆ, P2 ਦੀ ਵੈਲਿਊ ਪਤਾ ਕਿੰਨੀ ਆ, ਆਪਾਂ ਪੁੱਟ ਕਰਕੇ ਆਪਸ਼ਨ ਚ ਚੈੱਕ ਕਰ ਲਾਂਗੇ. ਠੀਕ ਹੈ ਜੀ. ਪਰ ਇਹ ਦੋਨੋਂ ਯਾਦ ਰੱਖਣਾ ਹੈ, ਮਤਲਬ ਦੋ ਲੈਜੈਂਡਰੀ ਫੰਕਸ਼ਨ ਦੀ ਪ੍ਰੋਡਕਟ ਕਰਨੀ ਆ. अगर दोनों अलग अलग ने ना m नॉट इक्वल टू n है, फिर आंसर कितना आएगा जी 0. अगर दोनों सेम ने मतलब pn दा स्क्वायर है ना, then अपने को आंसर कितना आएगा जी 2/2 n + 1. ठीक है जी. एक मिनट इन्होंने फॉर्मूलास देख लो एक बार. ठीक है, नोट कर लोगे करने इन्ना कि ਤੁਹਾਡਾ ਜੋ ਆਪਣਾ ਪੋਰਸ਼ਨ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ, ਇੱਥੋਂ ਸਵਾਲ ਆ ਸਕਦਾ ਹੈ, ਹੋਰ ਕਿਤੇ ਨਹੀਂ ਆਏਗਾ.
ठीक है जी। सो इन्ना का पोर्शन तुसीं याद रखना सारे दा जिहड़ा आपां लिखिआ है इंपॉर्टेंट। नेक्स्ट इज बेसल्स इक्वेशन। Next is Bessel's equation. Okay. Bessel's equation की ਹੁੰਦੀ ਹੈ this is ਇਸ ਤਰੀਕੇ ਦੀ x square d2y by dx square plus x dy by dx plus x square minus n square into y equal to 0। ठीक है, this is एक ही है अपनी Bessel's differential equation जो ਇਹਦਾ solution ਹੁੰਦੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ Bessel function। next is Bessel function। ਨੂੰ ਭਾਈ ਕਿੰਨੇ ਜੀ Bessel's function ਕਹਿ ਦਿੰਦੇ ਆ। Bessel function ਦਾ ਫਾਰਮੂਲਾ ਜਿਵੇਂ ਆਪਣੇ ਕੋਲ ਲੈਜੈਂਡਰੀ ਦਾ ਫਾਰਮੂਲਾ ਸੋ ਉਦਾਂ ਹੀ ਇਹਨੂੰ ਬਹੁਤਾ ਯਾਦ ਕਰਨ ਦੀ ਆਪਣੇ ਕੋਲ ਜ਼ਰੂਰਤ ਕੋਈ ਨਹੀਂ ਹੈ। jnx ਠੀਕ ਹੈ, ਉਹਨੂੰ j ਨਾਲ ਡਿਨੋਟ ਕਰਦੇ ਹੋ ਜੀ ਤੇ ਫਾਰਮੂਲਾ ਆਪਣੇ ਕੋਲ ਜਾਂਦਾ r from 0 to infinity minus 1 ਦੀ ਪਾਵਰ r factorial ਠੀਕ ਹੈ ਜੀ n plus r factorial x by 2 ਦੀ ਪਾਵਰ n plus 2r। ਠੀਕ ਹੈ ਜੀ, ਇਹ ਫਾਰਮੂਲਾ ਅਗਰ j0x ਦਾ ਫਾਰਮੂਲਾ ਅਗਰ ਤੁਸੀਂ ਯਾਦ ਕਰਨਾ ਇੱਕ ਉਹ ਹੈਗਾ ਠੀਕ ਹੈ ਜੀ ਸੀਰੀਜ਼ ਐਕਸਪੈਂਸ਼ਨ ਹੈ ਜੇ ਕੋਈ ਯਾਦ ਕਰ ਸਕਦਾ ਤੁਸੀਂ ਕਰ ਲਓ ਪਰ ਪੇਪਰ ਜਿਹਦੇ ਬਾਈ ਸਵਾਲ ਕਦੀ ਨਹੀਂ ਪੁੱਛਿਆ ਜਾਂਦਾ ਨਾ ਪੁੱਛਿਆ ਜਾਏਗਾ। ਠੀਕ ਹੈ, ਤੁਸੀਂ ਇਹਨੂੰ 0 ਪੁੱਟ ਕਰ ਦਾਂਗੇ ਆਪਣੇ ਕੋਲ ਆ ਜਾਏਗਾ -1 ਦੀ ਪਾਵਰ r नीचे आ जाएगा r फैक्टोरियल द स्क्वायर ठीक है इनटू x by 2 ਦੀ ਪਾਵਰ x by 2 ਦੀ ਪਾਵਰ 2r। ਸੋ ਨੂੰ ਅਗਰ ਇਹਦੀ ਸੀਰੀਜ਼ ਐਕਸਪੈਂਸ਼ਨ ਖੋਲ ਦਿਓਗੇ ਤੁਹਾਡੇ ਕੋਲ ਬਣ ਜਾਏਗਾ 1 minus x square by 2 square plus x ਦੀ ਪਾਵਰ 4 by 2 square into 4 square minus x ਦੀ ਪਾਵਰ 6 upon 2 square into 4 square into 6 square and up to so on। ठीक है जी, सेम कुछ इंपॉर्टेंट फॉर्मूला ने अपने को बेसल्स फंक्शन थे। नंबर 1 j minus n x is equals to -1 the power n j n x। ठीक है जी, इन्हों याद रख लो जरूरी है जी। ठीक है, अपने को सवाल एक बार पेपर च आया सीगा दैट j minus 2x minus j2x the integration -1 to 1 कितनी होती है जी, ये सवाल है अपने को। ठीक है जी, सो ए फॉर्मूला अगर तुहानू याद है n ਨੂੰ 2 पुट करोगे you will get j minus 2 x is equal to j2x दोनों बराबर होंगे ने सो ये फिर 0 ही हो गया। सो इंटीग्रेशन कितनी आनी सी 0। ठीक है जी, सो बेसिकली फॉर्मूला याद रखने की लोड़ है। बाकी तुहानू बेसल्स फंक्शन हुंदा की है ਜਾਂ ਦਾ ਅਸਲ ਫਾਰਮੂਲਾ ਕੀ ਆ ਉਹ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਕੋਈ ਨਹੀਂ ਹੈ ਜੀ। ਨੰਬਰ 2 ਸੇਮ ਜੋ ਦਾ ਫਾਰਮੂਲਾ ਸੀਗਾ ਆਪਣੇ ਕੋਲ j
n of minus x is equal to minus 1 ਦੀ ਪਾਵਰ n jnx, ਜਿੱਦਾਂ ਆਪਣੇ ਕੋ ਲੈਜੈਂਡਰ ਵਿੱਚ ਸੀਗਾ ਸੇਮ ਇੱਧਰ, ਮਤਲਬ ਇਹ ਦਾ ਮਤਲਬ ਕਿ ਅਗਰ ਆਪਣਾ n even ਹੈ then even function, ਅਗਰ n odd ਹੈ ਤਾਂ even odd function, ਠੀਕ ਹੈ। that is if n is odd, jn is odd function, number 4, if n is even, jn is even function, ठीक है जी। नेक्स्ट number 4, that j minus 1 by 2x ਦਾ ਇੱਕ ਫਾਰਮੂਲਾ ਯਾਦ ਰੱਖਣਾ ਆਪਾਂ, ਕਿੰਨਾ ਹੁੰਦਾ ਜੀ, ਇਹ ਪੇਪਰ ਚ ਪੁੱਛਿਆ ਜਾ ਚੁੱਕਾ ਹੈ ਇੱਕ ਅੱਧੀ ਵਾਰ, 2 upon pi x cos x, ठीक है जी। एंड j 1 by 2x भी कर लो याद, j 1 by 2x is equals to root of 2 by pi x sin x, ठीक है जी। एक छोटा सा और कर लो याद, सिंपल ये ना याद भी की करना ना, दोनों दी स्क्वायरिंग एडिंग कर दो, बेसिकली कोई पता याद करने की लोड नहीं, ठीक है। स्क्वायरिंग एडिंग कर देंगे, यू विल गेट 2 by pi x, कोई याद करने की लोड नहीं। सो बस यही फॉर्मूला ने अपने को। नेक्स्ट एक छोटा है कर लो फिर, ऑर्थोगोनैलिटी ऑफ बेसल फंक्शन। Orthogonality of Bessel's functions. Is 0 to 1 x jn alpha x into jn beta x dx equal to 0, ठीक है। हमेशा की 0 ਹੁੰਦਾ when alpha is not equal to beta, तो alpha beta अलग अलग ने, हमेशा की ਹੁੰਦਾ 0, एंड जो अपना alpha ਤੇ beta सेम ने, this is equal to 1 by 2 jn alpha ਦਾ ਸਕੁਆਇਰ, ਠੀਕ ਹੈ। ਇੰਨੇ ਬੇਸਿਕ ਫਾਰਮੂਲੇ ਨੇ, ਜੋ ਲੈਜੈਂਡਰ ਦਾ ਸਵਾਲ ਜਾਂ ਬੈਸਲ ਦਾ ਸਵਾਲ ਜੋ ਵੀ ਆਏਗਾ ਇਹਨਾਂ ਦੇ ਨਾਲ ਹੋ ਜਾਏਗਾ, ਤੋਂ ਬਾਹਰੋਂ ਸਵਾਲ ਹੀ ਕੋਈ ਨਹੀਂ ਹੁੰਦਾ, ਠੀਕ ਹੈ ਜੀ। ਤੋਂ ਇਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ। ਬਾਕੀ ਡਿਫਰੈਂਸ਼ੀਅਲ ਇਕੁਏਸ਼ਨਸ ਆਪਣਾ ਖਤਮ ਹੈ ਜੀ। ਤੁਸੀਂ ਆਪਣੇ ਡਾਊਟਸ ਪਲੀਜ਼ ਪੋਸਟ ਕਰ ਦੇ, ਮੈਨੇ ਦੇਣਾ। ਸਰ ਆਰਥੋਗੋਨੈਲਿਟੀ ਦਾ ਮਤਲਬ ਕੀ ਹੁੰਦਾ ਹੈ? ਆਰਥੋਗੋਨੈਲਿਟੀ ਦਾ ਮਤਲਬ ਵੈਸੇ ਤਾਂ ਪਰਪੈਂਡੀਕੁਲੈਰਿਟੀ ਆ, ਠੀਕ ਹੈ। ਮਤਲਬ ਜਿਹੜੀ ਪਰਪੈਂਡੀਕੁਲੈਰਿਟੀ ਆਪਾਂ ਇੱਥੇ ਡਿਸਕਸ ਕਰਦੇ ਹਾਂ ਕਾਦੇ ਵਿੱਚ, ਇਨਰ ਪ੍ਰੋਡਕਟ ਸਪੇਸ ਦੇ ਵਿੱਚ, ਪਰ ਉਹ ਡਿਪੈਂਡ ਕਰਦਾ ਹੈ ਕਿ ਆਪਾਂ ਕਿਹੜੇ ਫੰਕਸ਼ਨ ਵਾਲੀ ਕਿਹੜੀ ਇਨਰ ਪ੍ਰੋਡਕਟ ਲਈ ਹੈ, ਠੀਕ ਹੈ ਜੀ। ਉੱਥੇ ਮਤਲਬ ਆਪਾਂ ਨੂੰ ਬਹੁਤੀ ਗਾਂ ਜ਼ਿਆਦਾ ਲੋੜ ਨਹੀਂ, ਤੁਸੀਂ ਫਾਰਮੂਲਾ ਯਾਦ ਰੱਖ ਲਓ, ਠੀਕ ਹੈ। ਇਨਰ ਪ੍ਰੋਡਕਟ ਵੈਸੇ ਜਿਹੜੀ ਇਨਰ ਪ੍ਰੋਡਕਟ ਸਪੇਸ ਹੈ, ਬੇਸਿਕਲੀ ਡਾਟ ਪ੍ਰੋਡਕਟ ਤੋਂ ਹੀ ਇਹਨੂੰ ਕੀਤਾ ਗਿਆ, ਗਾਂ ਫਰਦਰ ਇਹਨੂੰ ਐਕਸਟੈਂਡ ਕੀਤਾ ਹੈ। ਮਤਲਬ ਇਹਦਾ ਉਹੀ ਹੈ ਕਿ ਦੋ ਵੈਕਟਰਸ ਆਪਸ ਪਰਪੈਂਡੀਕੁਲਰ ਨੇ, ਮਤਲਬ ਐਂਗਲ 90 ਡਿਗਰੀ ਹੈ, ਪਰ ਐਂਗਲ ਦਾ ਮਤਲਬ ਜਾਂ ਲੈਂਸ ਦਾ ਮਤਲਬ ਉਹ ਆਪਾਂ ਨੂੰ ਹਰੇਕ ਵੈਕਟਰ ਸਪੇਸ ਦੇ ਉੱਪਰ ਆਪਾਂ ਕਿੰਨਾ ਡਿਫਾਈਨ ਕਰਦੇ ਹਾਂ, ਇਨਰ ਪ੍ਰੋਡਕਟ ਸਪੇਸ ਦੇ ਨਾਲ ਡਿਫਾਈਨ ਕਰਦੇ ਹਾਂ। ਇੰਨੀ ਗੱਲ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਕੋਈ, ਠੀਕ ਹੈ। ਠੀਕ ਹੈ ਸਰ, ਠੀਕ ਹੈ। ਮਤਲਬ ਥੋੜਾ ਕੰਕਰੀਟ ਕਨਸੈਪਟ ਹੈ, ਉੱਥੇ ਤੁਹਾਨੂੰ ਵੜਨ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਹਰੇਕ ਸਪੇਸ ਦੇ ਉੱਪਰ ਇਨਰ ਪ੍ਰੋਡਕਟ ਵੱਖਰੀ ਹੁੰਦੀ ਹੈ, ਪਰ ਉੱਥੇ ਫਿਰ ਡਾਟ ਪ੍ਰੋਡਕਟ ਉਹਦੇ ਹਿਸਾਬ ਨਾਲ ਵੱਖਰਾ ਹੁੰਦਾ, ਤੇ ਉਹਦੇ ਹਿਸਾਬ ਨਾਲ ਆਰਥੋਗੋਨੈਲਿਟੀ ਆਉਂਦੀ ਹੈ ਆਪਣੇ ਕੋਲ, ਉੱਥੇ ਜਾਣ ਦੀ ਲੋੜ ਨਹੀਂ ਹੈ। ਹਾਂਜੀ, ਪਲੀਜ਼ ਜੋ ਡਾਊਟਸ ਨੇ ਪਲੀਜ਼ ਮੈਨੂੰ ਭੇਜਣੇ ਸ਼ੁਰੂ ਕਰੋ ਕਿ ਡਿਫਰੈਂਸ਼ੀਅਲ ਇਕੁਏਸ਼ਨਸ ਆਪਣਾ ਖਤਮ ਹੈ। ਅੱਛਾ, ਮੈਨੂੰ ਲੱਗਦਾ ਡਿਫਰੈਂਸ਼ੀਅਲ ਇਕੁਏਸ਼ਨ ਤੁਸੀਂ ਸ਼ੁਰੂ ਨਹੀਂ ਤੁਸੀਂ ਕੀਤਾ ਅਜੇ ਤੱਕ ਨਾ ਕਿਸੇ ਨੇ ਵੀ, ਪਲੀਜ਼ ਉਹਨੂੰ ਸ਼ੁਰੂ ਕਰੋ। ਛੋਟਾ ਟੌਪਿਕ ਹੈ, ਸੌਖਾ ਟੌਪਿਕ ਹੈ, ਸਕੋਰਿੰਗ ਟੌਪਿਕ ਹੈ, ਠੀਕ ਹੈ ਜੀ। ਜਿਨ੍ਹਾਂ ਨੇ ਇੰਟੀਗ੍ਰੇਸ਼ਨ ਦਾ ਟੈਸਟ ਨਹੀਂ ਦਿੱਤਾ, ਅੱਜ ਰਾਤ 11 ਵਜੇ ਤੋਂ ਪਹਿਲਾਂ ਦੇ ਲਿਓ ਜਿਨ੍ਹਾਂ ਨੂੰ, ਠੀਕ ਹੈ। 11 ਤੋਂ ਲੇਟ ਨਾ ਕਰੇ, ਮੈਂ 11 ਵਜੇ ਰਿਜ਼ਲਟ ਬਣਾ ਕੇ ਫਿਰ ਪੋਸਟ ਕਰਨਾ, ਨਹੀਂ ਤਾਂ ਫਿਰ ਰਹਿੰਦਾ ਰਹਿ ਜਾਂਦਾ ਹੈ, ਠੀਕ ਹੈ ਜੀ। ओके सर। ठीक है, अभी तक कितने बच्चे दे चुके हैं टेस्ट? मेरे ख्याल सिर्फ 15 बच्चे ने अटेम्प्ट किया है जी, ठीक है। हाँ जी,
ਜਿਹੜਾ ਸੈਕੰਡ ਫਾਰਮੂਲਾ ਲਿਖਾਇਆ ਉੱਥੇ ਰਾਈਟ ਸਾਈਡ ਤੇ jn ਦਾ ਡੈਰੀਵੇਟਿਵ ਨਹੀਂ ਆਏਗਾ? ਜੇ ਇਹਦਾ ਡੈਰੀਵੇਟਿਵ ਮੇਰੇ ਖਿਆਲ ਨਾਲ ਤੇ ਨਹੀਂ ਆਏਗਾ। ਓਕੇ ਹਾਂਜੀ ਓਕੇ ਸੋ ਆਮ ਸੌਰੀ ਠੀਕ ਹੈ ਤੇ ਡੈਰੀਵੇਟਿਵ ਹੈ ਆਮ ਸੌਰੀ ਤੇ ਡੈਰੀਵੇਟਿਵ ਆਏਗਾ ਜੀ। ਸਰ ਫਿਰ ਠੀਕ ਹੈ ਜੀ। ਇਦਾਂ ਦੀ ਕੁਐਸਚਨ ਵੀ ਕਰਵਾ ਦਿਓ, ਕਿਵੇਂ ਕਰਾਂਗੇ ਇਦਾਂ ਦੇ ਕੁਐਸਚਨਸ? ਇਦਾਂ ਦੇ ਕੁਐਸਚਨ ਦੇਖੋ ਕੁਐਸਚਨ ਦੇ ਉੱਪਰ ਆਏ ਹੀ ਬਹੁਤ ਘੱਟ Yes, ਨੇ sir. ਨਾ, ਕੁਐਸਚਨ ਮਿਲਦੇ ਨਹੀਂ ਇਹਨਾਂ ਦੇ ਉੱਪਰ ਆਏ ਹੋਏ। ਇੱਕ ਵਾਰੀ ਇਹ ਕੁਐਸਚਨ ਆਇਆ ਇਹਦੇ ਉੱਪਰ ਬੇਸਡ ਹੋਣੇ ਦੱਸਿਆ ਤੁਹਾਨੂੰ, ਸਿਰਫ ਇੱਕ ਵਾਰ ਆਇਆ ਕੁਐਸਚਨ ਉਹ ਵਾਲਾ, ਇਹ ਵਾਲਾ ਕੁਐਸਚਨ ਇਹਦੇ ਉੱਪਰ ਬੇਸਡ। ਠੀਕ ਹੈ ਜੀ ਸਿਰਫ ਇੱਕ ਵਾਰ ਇਹਦੇ ਉੱਪਰ ਸੀਗਾ ਸਰ ਇੱਕ ਦੋ ਕੁਐਸਚਨ ਮੈਂ ਸੈਂਡ ਕਰ ਦਿੰਨੀ ਆ, ਉਹ ਤੁਸੀਂ ਕਰਵਾ ਦਿਓ। ਠੀਕ ਹੈ ਜੀ। ਜਾਂ ਤੁਸੀਂ ਇਦਾਂ ਕਰੋ, ਤੁਸੀਂ ਬਾਕੀ ਕੁਐਸਚਨ ਭੇਜੋ, ਇਹਦੇ ਵਾਲੇ ਮੈਂ ਕਰਾ ਦਾਂਗਾ ਕੋਈ ਨਹੀਂ, ਮੈਂ ਅਸਾਈਨਮੈਂਟ ਮੈਂ ਦੀ ਕ੍ਰੀਏਟ ਕਰ ਦਿੰਦਾ ਇੱਕ। ਠੀਕ ਹੈ 15-20 ਕੁਐਸਚਨ ਦੀ ਮੈਂ ਦੀ ਆਪਣੇ ਖੁਦ ਕ੍ਰੀਏਟ ਕਰ ਦਿੰਦਾ ਇੱਕ, ਮੈਂ ਆਪਣੇ ਕੋਲੋਂ ਉਹਦੇ ਅਕੋਰਡਿੰਗਲੀ ਵੇਖ ਲਾਂਗੇ। ਠੀਕ ਹੈ ਮੈਂ ਉਹਦੀ ਅੱਜ ਜਿਹੜੀ ਅੱਜ ਵਾਲੀ ਅਸਾਈਨਮੈਂਟ ਦਊਂਗਾ ਮੈਂ ਬੈਸਲਸ ਤੇ ਲੈਜੈਂਡਰੀ ਦੇ ਸਵਾਲ ਹੀ ਸਿਰਫ ਪਾ ਦੂੰਗਾ। ਠੀਕ ਹੈ ਜੀ ਠੀਕ ਹੈ ਸਰ। ਹਾਂ ਫਿਰ ਆਪਾਂ ਉਹਨੂੰ ਡਿਸਕਸ ਕਰ ਲਾਂਗੇ। ਸਰ ਤੁਸੀਂ ਡੈਰੀਵੇਟਿਵ ਕਿੱਥੇ ਪਾਇਆ ਹੈ? ਇਹਦੇ ਉੱਪਰ jn ਦੇ ਉੱਪਰ ਇੱਥੇ ਸੀ ਤੇ ਡੈਰੀਵੇਟਿਵ ਉਹ ਡੈਰੀਵੇਟਿਵ ਰਹਿ ਗਿਆ ਸੀ। ਠੀਕ ਹੈ ਜੀ ਕੋਈ ਡਾਊਟ ਨਹੀਂ ਹੈ, ਫਿਰ ਮੈਂ ਸਵਾਲ ਕਰਾਵਾਂ। ਸਰ ਤੁਸੀਂ ਕਰਾ ਦਿਓ। ठीक है जी फिर लिखो सवाल में देना। हाँ जी ये करो सब।
सब दा हो गया जी? सर नहीं हुआ। ओके जी, देखो ਆਪਾਂ ਹੁਣੇ ਕੀਤਾ ਅੱਜ that dy by dx plus py ਇੱਥੇ x ਨਹੀਂ ਸੌਰੀ ਆਏਗਾ ਇੱਥੇ x ਨਹੀਂ ਹੈ, ਠੀਕ ਹੁਣ ਦੇਖੋ ਹੁਣ ਹੋ ਜਾਏਗਾ ਜਾਂ ਦੀ ਪ੍ਰੋਬਲਮ ਸੀ ਸਰ ਨੀਚੇ x ਸਕੁਅਰ ਬਣ ਰਿਹਾ ਸੀ ਨਾ, ਫਿਰ ਸਾਡਾ ਆਨਸਰ ਹੋਰ ਬਣ ਰਿਹਾ ਸੀ, ਇਹਦੇ ਵਿੱਚ ਹੁਣ ਹੋ ਜਾਏਗਾ ਆਪਸ਼ਨਸ ਚ ਜੀ, ਨਹੀਂ। ਠੀਕ ਹੈ ਹੁਣ ਹੋ ਹਾਂਜੀ ਜਾਏਗਾ, ਹੋ ਠੀਕ ਹੈ ਚਲੋ ਹੁਣ ਫਿਰ ਹੋ ਵੀ ਕਰ ਜਾਏਗਾ ਲੈਂਦੇ ਆਪਾਂ plus dy by dx plus py equal to q, ਇਹਦੇ ਵਿੱਚ ਆਪਣਾ ਇੰਟੀਗ੍ਰੇਟਿੰਗ ਫੈਕਟਰ ਕੀ ਹੁੰਦਾ e raised to power integration p dx, ਠੀਕ ਹੈ ਜੀ। ਸੋ ਇਹਨੂੰ ਪਾਸ ਫਾਰਮ ਚ ਲੈ ਕੇ ਆਵਾਂਗੇ, ਪਹਿਲਾਂ x ਨਾਲ ਡਿਵਾਈਡ ਕਰ ਲਓ ਇਹਨੂੰ, ਆਪਣੇ ਕੋਲ ਬਣ ਜਾਏਗਾ dy by dx plus 3 plus 1 by x y is equals to e raised to power minus 2x, ठीक है जी। सो अपना इंटीग्रेटिंग फैक्टर आएगा, हाँ जी ये आ जाएगा 3 plus 1 by x dx, ये अपने को बन जाएगा e raised to power 3x plus log x, अपने को बन जाएगा e raised to power 3x into e raised to power log x, and अपने को बन जाएगा x e raised to power 3x, ठीक है जी। ओके जी, नेक्स्ट पे देखो, हाँ जी करो। ठीक है जी, ये सवाल है अपने को, कल की ਆਪਾਂ डिफरेंशियल इक्वेशन ਕਿਹੜੀ ਟਾਈਪ ਦੀ ਨਾ, ਆਪਾਂ ਨੂੰ ਕਹਿੰਦਾ ਇਹ ਦਾ ਸੋਲੂਸ਼ਨ ਹੈ that c1 into 1 by x, ਇਹਨੂੰ ਸਿੱਧਾ ਕਹਿ ਲਓ c1 c2 log x
into 1 by x। ਠੀਕ ਹੈ ਜੀ, ਇਹ ਕਿੱਦਾਂ ਸੋਲੂਸ਼ਨ ਬਣਿਆ ਹੋਊਗਾ ਜਦੋਂ ਆਪਾਂ ਇੱਥੇ ਟ੍ਰਾਂਸਫਰਮੇਸ਼ਨ ਲਾਈ ਹੋਊਗੀ। ਟ੍ਰਾਂਸਫਰਮੇਸ਼ਨ ਆਪਾਂ ਕੀ ਲਾਉਂਦੇ ਆ ਜੀ, x ਨੂੰ ਕੀ ਪੁੱਟ ਕਰਦੇ ਆਪਾਂ e raised to power z, ਤੇ z ਆਪਣੇ ਕੋਲ ਕੀ ਆ ਜਾਂਦਾ log x। ਸੋ ਆਪਣੇ ਕੋਲ ਇਹ ਬਣਿਆ ਹੈਗਾ c1 plus c2, ਹਾਂਜੀ log x ਇਹਦੇ ਕਿੰਨਾ ਆ ਗਿਆ z, ਇੱਥੇ ਕਿੰਨਾ ਆ ਗਿਆ e raised to power minus z। ਇਟ ਮੀਨਸ ਜਿਹੜਾ ਆਪਣਾ ਇਹ ਰੂਟ ਕਦੋਂ ਬਣਦਾ, ਆਪਣਾ ਸੋਲੂਸ਼ਨ ਕਦੋਂ ਬਣਦਾ, ਜਦੋਂ ਆਪਣਾ ਦੋ ਰਿਪੀਟਡ ਰੂਟ ਹੁੰਦੇ ਆ, ਦੋਨੇ ਕੀ ਹੋਣਗੇ -1 ਤੇ -1। ਰਿਪੀਟਡ ਰੂਟ ਕਿਹਦੇ ਹੋਣਗੇ, ਇਹਦੀ ਟ੍ਰਾਂਸਫਾਰਮਡ ਇਕੁਏਸ਼ਨ ਦੇ। ਟ੍ਰਾਂਸਫਾਰਮ ਕਰਾਂਗੇ ਆਪਣਾ ਕੀ ਇਕੁਏਸ਼ਨ ਬਣ ਜਾਣੀ ਥੀਟਾ into theta minus 1 plus k theta plus 1 equal to 0। ਠੀਕ ਹੈ, ਮੀਨਸ -1 ਦਾ ਰੂਟ ਹੈ, ਇਹਦੇ ਵਿੱਚ -1 ਪੁੱਟ ਕਰ ਦੋ, ਆਪਣੇ ਕੋਲ ਬਣ ਜਾਏਗਾ -1 -1 minus k plus 1 equal to 0। ਸੋ ਆਪਣੇ ਕੋਲ -1 into -1 ਕਿੰਨਾ ਆ ਜਾਏਗਾ ਜੀ -2, -2 into 1 2 ਆ ਜਾਏਗਾ, minus k plus 1 equal to 0 and k will come out to be 3। ਠੀਕ ਹੈ ਜੀ, ਓਕੇ ਜੀ, ਰਿਪੀਟ ਕਰਨ ਦੀ ਲੋੜ ਹੈ ਮੈਨੂੰ ਇਹਨੂੰ। ਯੈਸ ਸਰ। ਠੀਕ ਹੈ, ਜਿਸ ਕੁਝ ਨਹੀਂ ਕਰਨਾ, ਸਿੱਧੇ ਤਰੀਕੇ ਨਾਲ ਸੋਲਵ ਨਹੀਂ ਸੀ ਕਰਨਾ, ਨਾ ਕਿ ਸਿੱਧੇ ਤਰੀਕੇ ਨਾਲ ਸੋਲਵ ਕਰੋਗੇ ਤੈਨੂੰ ਔਖਾ ਪੈ ਜਾਏਗਾ ਸਵਾਲੇ। ਠੀਕ ਹੈ ਜੀ, ਓਕੇ ਜੀ, ਨੈਕਸਟ ਹੋਰ ਲਿਖੋ ਸਵਾਲ ਫਿਰ ਕਰੋ। ਸਰ 1 ਮਿੰਟ ਹਾਂਜੀ। ਉੱਪਰ ਦਿਖਾ ਦਿਓ ਸਰ। ਹਾਂਜੀ ਲਓ ਜੀ, ਐਕਸਕਿਊਜ਼ ਮੀ ਸਰ। ਹਾਂਜੀ ਸਰ ਕਈ ਵਾਰੀ ਨਾ ਮਤਲਬ ਸਮ ਨੂੰ ਦੇਖ ਕੇ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿਹੜਾ ਮੈਥਡ ਯੂਜ਼ ਕਰਨਾ। ਓਕੇ, ਇੱਥੇ ਧਿਆਨ ਰੱਖਣਾ, ਇੱਥੇ ਮੈਨੂੰ ਕਿੱਦਾਂ ਪਤਾ ਲੱਗ ਰਿਹਾ, ਇੱਥੇ ਆਪਣੇ ਕੋਲ ਇਹਦੀ ਫਾਰਮ ਵੇਖੋ ਕਿਹੜੀ ਸੀ, ਇਹ ਵਾਲੀ ਵੇਖੋ ਨਾ। ਕੱਲ ਆਪਣਾ ਇਹ ਕੀਤਾ ਨਾ ਆਪਾਂ, ਇਸ ਤਰੀਕੇ ਦੀ ਇਕੁਏਸ਼ਨ ਜਿਹੜੀ ਹੁੰਦੀ ਹੈ ਆਪਣੇ ਕੋਲ that x ਦੀ ਪਾਵਰ n dny by dxn, ਉਹਨੂੰ ਤੇ ਰਿਸੋਲਵ ਕਰਨ ਦਾ ਕੀ ਤਰੀਕਾ ਸੀ ਆਪਣੇ ਕੋਲ, ਇਹ ਉਹ ਤਰੀਕਾ ਲੱਗਾ ਉੱਥੋਂ ਆਪਣੇ ਕੋਲ ਕਿ ਆਪਾਂ ਕੀ ਕਰਦੇ ਹਾਂ, x ਨੂੰ e raised to power z ਪੁੱਟ ਕਰ ਦਿੰਨੇ ਆ, z ਆਪਣੇ ਕੋਲ log x ਆ ਜਾਂਦਾ ਹੈ, dny by d ਥੀਟਾ ਨੂੰ ਆਪਾਂ ਕੀ ਪੁੱਟ ਕਰਦੇ ਹਾਂ ਥੀਟਾ into ਥੀਟਾ minus 1 into ਥੀਟਾ minus 2 ਇਦਾਂ ਪੁੱਟ ਕਰਦੇ ਹਾਂ ਆਪਾਂ। ਉੱਥੋਂ ਵੇਖ ਕੇ ਦੀ ਫਾਰਮ ਵੇਖ ਕੇ ਲੱਗੇਗਾ ਪਤਾ ਆਪਾਂ ਨੂੰ ਕਿ ਡਿਫਰੈਂਸ਼ੀਅਲ ਇਕੁਏਸ਼ਨ ਦੀ ਫਾਰਮ ਕਿਹੜੀ ਆ। ਸਰ ਜੇ ਇਸ ਨੂੰ ਸੋਲੂਸ਼ਨ ਨੂੰ y ਦੇ ਇਕੁਅਲ ਰੱਖ ਕੇ ਡਬਲ ਡੈਰੀਵੇਟਿਵ ਹਾਂ ਕਰਕੇ ਹਾਂ ਫਿਰ ਬਿਲਕੁਲ ਕਰ ਸਕਦੇ, ਬਿਲਕੁਲ ਬਿਲਕੁਲ, ਉਹ ਵੀ ਉਸ ਤਰੀਕੇ ਨਾਲ ਵੀ ਆਏਗਾ, ਬਿਲਕੁਲ ਕਰ ਸਕਦੇ ਆਪਾਂ ਉਹ ਵੀ ਕੰਮ। ਠੀਕ ਹੈ, ਕਿ ਇੱਥੋਂ d ਇਹਨੂੰ y ਮੰਨੋ, d2 y by dx ਕੇ ਕੱਢੋ, dy by dx ਕੱਢੋ, ਇਸ ਇਕੁਏਸ਼ਨ ਚ ਪੁੱਟ ਕਰ ਦੋ ਕਿ ਤੁਹਾਡਾ ਨਿਕਲ ਆਏਗਾ, ਪੱਕਾ ਉਹਦੇ ਵਿੱਚ ਨਿਕਲੇਗਾ ਜੀ। ਠੀਕ ਹੈ, ਉਹ ਥੋੜਾ ਲੈਂਥੀ ਹੋ ਸਕਦਾ ਹੈ ਪਰ ਨਿਕਲੇਗਾ ਆਨਸਰ ਪੱਕਾ ਉੱਥੋਂ। ਠੀਕ ਹੈ ਜੀ, ਓਕੇ, ਫਿਰ ਸੋਲੂਸ਼ਨ ਇਹ ਕੁਐਸਚਨ ਕਰੋ ਸਾਰੇ। ਨੈਕਸਟ ਹਾਂਜੀ
हाँ जी हो गया सब दा जी ध्यान रखो अपने क्वेश्चन इत्थे की बनेगी क्वेश्चन अपने को बन जानी सी m क्यूब -3 m स्क्वायर प्लस 4 इक्वल टू 0 ਕੱਲ ਆਪਾਂ ਦੱਸਿਆ ਕਿ ਕੋਐਫੀਸ਼ੀਐਂਟਸ ਦਾ ਸਮ ਜਿਹੜਾ ਹੈ ਉਹ 0 ਹੋ ਜਾਏ ਦੈਨ 1 ਆਪਣਾ ਪੱਕਾ ਰੂਟ ਹੁੰਦਾ ਹੈ ਕੋਐਫੀਸ਼ੀਐਂਟ ਦਾ ਸਮ ਕਿੰਨਾ ਜੀ ਵੇਖੋ 1 -3 plus 4 this is 4 plus 1 5 minus 3 2 ਆ ਰਿਹਾ ਨਾ 0 ਨਹੀਂ ਆ ਰਿਹਾ ਮਤਲਬ 1 ਤੇ ਰੂਟ ਨਹੀਂ ਹੈਗਾ ਇਹਦਾ 1 ਇਹਦੇ ਵਿੱਚ ਰੂਟ ਲਾਇਆ ਉਹਨੇ ਹੈਨਾ ਇੱਥੇ ਕਿੰਨਾ ਇਹਦੀ ਪਾਵਰ x ਆਉਂਦੀ ਮਤਲਬ ਆਪਸ਼ਨ ਡੀ ਕੈਨਸਲ ਹੋ ਗਈ ਆਪਸ਼ਨ ਇਹਦੇ ਵਿੱਚ ਵੀ 1 ਰੂਟ ਲਾਇਆ ਉਹਨੇ ਆਪਸ਼ਨ ਏ ਵੀ ਕੈਨਸਲ ਹੋ ਗਈ ਆਪਣੇ ਕੋ ਆਪਸ਼ਨ ਬੀ ਤੇ ਆਪਸ਼ਨ ਸੀ ਬਚ ਗਈ ਆਪਣੇ ਕੋ ਆਪਸ਼ਨ ਬੀ ਤੇ ਸੀ ਚ ਕੀ ਫਰਕ ਆ ਆਪਸ਼ਨ ਸੀ ਕਹਿੰਦੀ ਬੀ ਕਹਿੰਦੀ ਕਿ ਜਿਹੜਾ -1 ਹੈ ਇੱਕ ਵਾਰ ਰੂਟ ਹੈ 2 ਜਿਹੜਾ ਉਹ ਦੋ ਵਾਰ ਰੂਟ ਹੈ ਆਪਸ਼ਨ ਸੀ ਕਹਿੰਦੀ ਜਿਹੜਾ -1 ਹੈ ਉਹ ਦੋ ਵਾਰ ਰੂਟ ਹੈ ਤੇ 2 ਜਿਹੜਾ ਉਹ ਇੱਕ ਵਾਰ ਰੂਟ ਹੈ ਠੀਕ ਹੈ ਧਿਆਨ ਨਾਲ ਵੇਖੋ ਪਾਈ ਕਰਦੇ ਹਾਂ ਚੈੱਕ ਕਰਦੇ ਹਾਂ ਇੰਨੀ ਗੱਲ ਤੇ ਪੱਕੀ -1 ਰੂਟ ਹੈਗਾ ਕਿਉਂਕਿ ਦੋਵਾਂ ਚ ਆਉਂਦੇ ਹਨਾ -1 ਤੇ ਰੂਟ ਹੈਗਾ ਸੋ -1 ਪੁੱਟ ਕਰਕੇ ਵੇਖ ਲਓ ਇੱਥੇ -1 ਆ ਜਾਏਗਾ -3 plus 4 equal to 0 ਆਂਦਾ ਮਤਲਬ -1 ਰੂਟ ਹੈਗਾ ਬਾਕੀ ਦੋ ਰੂਟ ਲੱਭਣ ਲਈ ਆਪਾਂ ਕੀ ਕਰਨਾ ਕੱਲ ਵਾਲਾ ਤਰੀਕਾ ਲਵਾਂਗੇ ਆਪਾਂ -1 ਨੂੰ ਬਾਹਰ ਰੱਖਾਂਗੇ ਇੱਥੇ ਜੋ ਰੂਟ ਹੈ ਇਹਦੇ ਕੋਐਫੀਸ਼ੀਐਂਟਸ ਲਾ ਲਾਂਗੇ 1 -3 0 ਤੇ 4 ਠੀਕ ਹੈ ਜੀ 1 ਇੱਥੇ ਆ ਜਾਏਗਾ ਆਪਣੇ ਕੋਲ -1 -3 -1 -4 ਆ ਜਾਏਗਾ ਇੱਥੇ 4 ਆ ਜਾਏਗਾ ਐਡ ਕੀਤਾ ਆਪਣੇ ਕੋਲ ਫਿਰ 4 ਇੱਥੇ -4 ਆਪਣੇ ਕੋਲ ਆ ਜਾਏਗਾ 0 ਬਾਕੀ ਆਪਣੇ ਕੋਲ ਬਣ ਜਾਏਗਾ m² -4m plus 4 equal to 0 ਆਪਣੇ ਕੋਲ ਆ ਜਾਏਗਾ ਜੀ m-2 ਹੋਲ ਸਕੁਅਰ ਇਕੁਅਲ ਟੂ 0 ਇੱਥੋਂ ਆਪਣੇ ਕੋਲ ਆ ਜਾਏਗਾ m is equal to 2, 2 ਮਤਲਬ 2 ਜਿਹੜਾ ਉਹ ਦੋ ਵਾਰ ਉਲਟ ਆ ਰਿਹਾ ਸੋ ਆਪਸ਼ਨ ਬੀ ਆਪਣੇ ਕੋਲ ਆ ਜਾਏਗਾ ਜੀ ਆਨਸਰ ਠੀਕ ਹੈ ਜੀ ਯਾਨ ਸਿੱਧੀ ਤਰ੍ਹਾਂ ਸੋਲਵ ਕਰਕੇ ਦੇਣਾ ਜੀ ਮੈਂ ਓਕੇ Yes. 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 ਠੀਕ ਹੈ ਇਹਦਾ ਸਾਰਾ ਸੋਲੂਸ਼ਨ ਕੱਢੋ ਫਿਰ the solution of the differential equation ਕਰੋ ਸਾਰੇ ਦਾ ਸੋਲੂਸ਼ਨ ਕੱਢੋ ਦਾ ਠੀਕ ਆਪਸ਼ਨਸ ਹੀ ਦੇਣੀਆਂ ਨਹੀਂ ਦੱਸੋ ਮੈਨੂੰ ਕੀ ਸੋਲੂਸ਼ਨ ਆਉਂਦਾ ਇਹਦਾ Sir, हो गया. ਬਾਕੀ ਵੀ ਕਰੋ ਜੀ डन सर ओके जी so this अपने को क्वेश्चन की बननी है that m cube minus 9m equal to 0 m into m minus 3 m plus 3 equal to 0 so ਤੁਹਾਡੇ ਕੋਲ m roots ਕੀ ਆ ਗਏ ਕਰ ਰਿਹਾ -3 ਇੱਕ ਆ ਰਿਹਾ ਜੀ 0 ਇੱਕ ਆ ਰਿਹਾ ਜੀ ਕਿੰਨਾ ਆਪਣੇ ਕੋਲ 3 so ਆਪਣੇ ਕੋਲ ਕੰਪਲੀਮੈਂਟਰੀ ਫੰਕਸ਼ਨ ਕੀ ਬਣੇਗਾ c1 e raised to power -3x plus c2 e raised to power 0x ਮਤਲਬ ਉਹਦੇ ਆਪਣੇ ਕੋਲ 1 ਹੀ ਆ ਗਿਆ plus c3 e raised to power 3x ਨਾਲ ਆਪਾਂ ਕੀ ਲੈਣਾ ਜੀ ਆਪਣਾ ਪਾਰਟਿਕੂਲਰ ਇੰਟੈਗਰਲ ਆਪਣੇ ਕੋਲ ਕੀ ਆਏਗਾ ਜੀ 1 upon d cube minus 9d ਠੀਕ ਹੈ ਜੀ of cos x ਸੋ ਆਪਣੇ ਕੋਲ ਇੱਥੇ ਅਲਫਾ ਕਿੰਨਾ ਹੈ 1 ਸੋ ਆਪਾਂ d ਸਕੇਲ ਨੂੰ ਕਰਨਾ ਰਿਪਲੇਸ ਕਰਨਾ ਜੀ ਆਪਾਂ -1 ਦੇ ਨਾਲ ਆਪਣੇ ਕੋਲ ਕਿੰਨਾ ਆ ਜਾਏਗਾ ਦਿਸ ਵਿਲ ਬੀ -d minus 9d cos x ਆਪਣੇ ਕੋਲ ਆ ਜਾਏਗਾ -1 upon d ਤੇ 1 upon d cos x ਠੀਕ ਹੈ ਜੀ ਇਹ ਆਪਣੇ ਕੋਲ ਬਣ ਜਾਏਗਾ -1/10 ਇੰਟੀਗ੍ਰੇਸ਼ਨ ਆਫ cos x dx ਹਾਂਜੀ cos ਦੀ ਇੰਟੀਗ੍ਰੇਸ਼ਨ ਕਿੰਨੀ ਆ ਜਾਏਗੀ sin ਸੋ -1/10 sin x ਸੋ ਆਪਣਾ ਸੋਲੂਸ਼ਨ ਕੀ ਬਣ ਜਾਏਗਾ ਜੀ y is equal to c1 e raised to power -3x plus c2 plus c3 e raised to power 3x minus 1/10 sin x ठीक है जी Yes.
ਸਰ ਅਸੀਂ ਡੀ ਸਕੁਅਰ ਨੂੰ ਕਿਹਦੇ ਨਾਲ ਰਿਪਲੇਸ ਕੀਤਾ? ਡੀ ਸਕੁਅਰ ਨੂੰ ਆਪਾਂ ਰਿਪਲੇਸ ਕਰਨਾ ਹੁੰਦਾ ਹੈ ਮਾਈਨਸ ਅਲਫਾ ਸਕੁਅਰ ਦੇ ਨਾਲ। ਠੀਕ ਹੈ, ਜੇਕਰ ਆਪਾਂ ਜਿੱਥੇ ਹੁੰਦਾ ਆਪਣਾ ਕੋਈ ਸਾਈਨ ਅਲਫਾ ਐਕਸ ਜਾਂ cos ਅਲਫਾ ਐਕਸ ਹੋਏ, ਠੀਕ ਹੈ, ਇੱਥੇ ਕੰਪੇਅਰ ਕਰੋਗੇ ਅਲਫਾ ਦੀ ਵੈਲਿਊ 1 ਹੈ। ਠੀਕ ਹੈ, ਸੋ ਡੀ ਸਕੁਅਰ ਨੂੰ ਕਰਨਾ ਰਿਪਲੇਸ ਕਰਾਂਗੇ ਆਪਾਂ -1 ਦੇ ਨਾਲ। ਠੀਕ ਹੈ ਵਰਿੰਦਰ ਜੀ, ਹਾਂਜੀ ਸਰ। ਓਕੇ ਨੈਕਸਟ। ਕੰਟੀਨਿਊ ਕਰੋ ਸਾਰੇ। ਹਾਂਜੀ ਠੀਕ, ਇਸ ਸਵਾਲ ਨੂੰ ਕਰਨ ਲੱਗਾ ਬਹੁਤਾ ਟਾਈਮ ਲੱਗਣਾ ਨਹੀਂ ਚਾਹੀਦਾ, ਪਤਾ ਧਿਆਨ ਨਾਲ ਵੇਖੋ। ਇੱਕ ਹਿਸਾਬ ਨਾਲ ਆਪਾਂ ਨੂੰ ਨਾ ਇੱਕ ਕੰਡੀਸ਼ਨ ਦਿੱਤੀ ਉਹਨੇ y 0 = 0, ਮਤਲਬ 0 ਦੇ ਉੱਪਰ ਜਿਹੜਾ ਜੋ ਸੋਲੂਸ਼ਨ ਉਹਦੀ ਵੈਲਿਊ 0 ਹੋਣੀ ਚਾਹੀਦੀ ਹੈ 0 ਦੇ ਉੱਪਰ। ਇੱਥੇ 0 ਪੁੱਟ ਕਰਕੇ ਵੇਖੋ, ਇਹਨੇ ਬਣ ਜਾਣਾ 1, ਇਹਨੇ ਬਣ ਜਾਣਾ a, ਇੱਥੇ ਇਹਨੇ 0 ਹੋਣਾ, ਆਨਸਰ a ਆ ਰਿਹਾ ਨਾ। ਆਪਸ਼ਨ ਸੀ ਚ ਪੁੱਟ ਕਰਕੇ ਵੇਖੋ, ਆਪਸ਼ਨ ਬੀ ਚ sin 4x sin 3x ਦੋਨੋਂ ਸੇਮ, ਠੀਕ ਹੈ। ਆਪਸ਼ਨ ਡੀ ਚ ਪੁੱਟ ਕਰਕੇ ਵੇਖੋ, ਇਹਨੇ ਬਣ ਜਾਣਾ 1, ਠੀਕ ਹੈ ਜੀ, ਇਹਨੇ ਬਣ ਜਾਣਾ a, ਅਗਲੀ ਟਰਮ 0, ਮਤਲਬ d ਤੇ a ਤੇ ਕੈਨਸਲ ਹੋ ਗਈਆਂ। 0 ਪੁੱਟ ਕਰਨ ਤੇ ਆਪਣਾ ਆਨਸਰ 0 ਹੋਣਾ ਚਾਹੀਦਾ ਹੈ। ਆਪਸ਼ਨ ਕਿਹੜੀ ਕਿਹੜੀ ਬਚ ਗਈ ਆਪਣੇ ਕੋਲ, b ਤੇ c। ਹੁਣ ਵੇਖਣਾ ਆਨਸਰ 4x ਆਊਗਾ ਕਿ 3x ਵਿੱਚ ਆਊਗਾ, ਬਸ ਇਹਨਾਂ ਵੇਖਣਾ ਹੈ ਆਪਾਂ। ਠੀਕ ਹੈ, ਇਕੁਏਸ਼ਨ ਕਿਹੜੀ ਹੈ ਆਪਣੇ ਕੋਲ, m² + 6m + 25। ਅਗਰ ਇਦਾਂ ਆ ਰਿਹਾ ਹੈ ਨਾ ਤਾਂ ਆਪਣੇ ਕੀ ਹੈ ਜੀ, -3 + 4 ਆਈਟਾ ਸੋਲੂਸ਼ਨ ਬਣਿਆ ਹੈਗਾ, ਫਿਰ ਹੀ ਆਊਗਾ। ਦੇ ਵਿੱਚ ਪੁੱਟ ਕਰਕੇ ਵੇਖ ਲਓ, ਜਾਂ ਫਿਰ ਇੱਥੇ ਅਗਰ ਇਹ ਸੋਲੂਸ਼ਨ ਆ ਰਿਹਾ ਫਿਰ ਆਪਣੇ ਕੋਲ -4 + 3 ਆਈਟਾ ਸੋਲੂਸ਼ਨ ਬਣਿਆ ਹੈਗਾ, ਇਹ ਪੁੱਟ ਕਰਕੇ ਵੇਖ ਲਓ।
ਠੀਕ ਹੈ ਜੀ। ਇਹ ਸੋਲੂਸ਼ਨ ਕੱਢ ਕੇ ਵੇਖ ਲਓ ਆਪਣੇ ਕਿੰਨਾ ਆਉਂਦਾ ਇੱਥੋਂ m minus m is equal to -6 plus minus root b square minus 4 into a into c minus 100 ਆ ਜਾਏਗਾ ਜੀ ਯੈਸ ਸਰ 0.2 ਆਪਣੇ को आ जाएगा -6 plus minus 8 by 2 8 आएगा सो आ जाएगा अपने को -3 plus minus 4 आएगा मतलब e ਦੀ ਪਾਵਰ -3 ਹੋਣੀ ਆ ਤੇ ਆਪਣੇ ਕੋ ਆਪਸ਼ਨ ਬੀ ਆ ਜਾਣਾ ਠੀਕ ਹੈ ਜੀ ਹਾਂਜੀ ਸਰ ਓਕੇ ਜੀ ਯੈਸ ਸਰ ਅਸੀਂ ਤਾਂ ਲੰਬਾ ਕਰ ਦਿੰਦੇ ਆ ਨਾ ਸਰ ਹਾਂ ਮਤਲਬ ਹਰ ਵਾਰੀ ਜੋ ਕੰਡੀਸ਼ਨਸ ਹੈ ਕੋਈ ਸਵਾਲ ਦੇਖ ਲਿਆ ਕਰੋ ਕਿ ਜੋ ਕੰਡੀਸ਼ਨਸ ਦਿੱਤੀਆਂ ਨੇ ਜੋ ਆਪਸ਼ਨਸ ਦਿੱਤੀਆਂ ਨੇ ਕਿਆ ਉਹ ਮਤਲਬ ਕੰਡੀਸ਼ਨ ਸੈਟੀਸਫਾਈ ਕਰਦਾ ਵੀ ਕਿ ਨਹੀਂ ਕਰਦਾ ਉੱਥੋਂ ਤੁਹਾਡਾ ਅੱਧਾ ਸਵਾਲ ਸੌਖਾ ਹੋ ਜਾਂਦਾ ਹੈ ਇੱਕ ਵਾਰੀ ਕੰਡੀਸ਼ਨਸ ਵੇਖ ਲਿਆ ਕਰੋ ਮੜੀਆਂ ਦੀਆਂ ਠੀਕ ਹੈ ਪੂਰਾ ਸੋਲੂਸ਼ਨ ਹਰ ਵਾਰੀ ਕੱਢਣ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ 29th ਸਰ A ਤੇ D ਕਿਸ ਤਰ੍ਹਾਂ ਐਲੀਮੀਨੇਟ ਕੀਤੇ ਹੈ ਓਕੇ ਜੀ ਹਾਂਜੀ A ਤੇ D ਕਿਉਂਕਿ ਉਹਨੇ ਕਿਹਾ ਨਾ A ਵਾਲੀ ਕੰਡੀਸ਼ਨ ਦਿੱਤੀ ਨਾਲ ਕਿ ਸੋਲੂਸ਼ਨ ਜੋ ਵੀ ਆ ਉਹਦੀ 0 ਦੇ ਉੱਪਰ ਵੈਲਿਊ 0 ਆਉਂਦੀ ਆ ਸੋ ਇੱਚ ਪੁੱਟ ਕਰਕੇ ਵੇਖਿਆ ਦੀ 0 ਦੇ ਉੱਪਰ ਵੈਲਿਊ A ਆਉਂਦੀ ਆ ਇਹਦੀ ਵੈਲਿਊ A ਆਉਂਦੀ ਆ ਹੈਨਾ ਇਹ ਆਰਬਿਟਰੀ ਕਾਂਸਟੈਂਟ ਹੈ ਇਹ ਨਾਨ ਜ਼ੀਰੋ ਵੀ ਹੋ ਸਕਦਾ ਹੈ ਠੀਕ ਹੈ ਠੀਕ ਹੈ ਜੀ ਪਰ ਉਹਨੇ ਕਿਹਾ ਇਹ 0 ਦੇ ਉੱਪਰ ਵੈਲਿਊ 0 ਨਹੀਂ ਚਾਹੀਦੀ ਅਗਰ ਇੱਥੇ ਮੰਨ ਲਓ sin 4x sin 3x ਸੀਗਾ ਇੱਥੇ cos 3x ਹੁੰਦਾ ਫਿਰ ਤਾਂ ਸਵਾਲ ਵੈਸੇ ਹੀ c ਨੇ ਵੀ ਕੈਨਸਲ ਹੋ ਜਾਣਾ ਇੱਥੋਂ ਹੀ ਫਿਰ ਤੇ ਇਹ ਵੀ ਕਰਨ ਦੀ ਲੋੜ ਨਹੀਂ ਸੀ ਪੈਣੀ ਆਪਾਂ ਨੂੰ ਠੀਕ ਹੈ ਜੀ ਓਕੇ ਇੱਕ ਸਵਾਲ ਹੋਰ ਲਿਖੋ ਇਹਨੂੰ ਕਰੋ ਜ਼ਰਾ ਸਰ ਇਹ ਤਾਂ ਸਾਰੇ ਹੀ ਆਪਸ਼ਨ 1 ਬਣ ਰਹੇ ਇੱਥੇ ਸਾਰੇ ਆਪਸ਼ਨ ਬਣ ਰਹੇ ਨੇ ਇੱਥੇ ਸਾਰੇ ਬਣ ਰਹੇ ਨੇ ਜੀ ਹਾਂਜੀ ਠੀਕ ਹੈ ਅਸੀਂ ਵੀ ਸ਼ਾਰਟਕਟ ਲਾ ਕੇ ਦੇਖ ਲਈਏ ਪਰ ਹਰ ਵਾਰੀ ਸ਼ਾਰਟਕਟ ਨਹੀਂ ਲੱਗੂਗਾ ਇਹਦਾ ਸ਼ਾਰਟਕਟ ਹੋਰ ਬੜਾ ਸੌਖਾ ਲੱਗ ਰਿਹਾ ਇੱਕ ਵੇਖੋ ਤੁਸੀਂ ਧਿਆਨ ਨਾਲ ਦੇਖ ਨਹੀਂ ਰਿਹਾ ਬਸ ਤੁਹਾਨੂੰ ਬਹੁਤ ਛੋਟਾ ਲੱਗ ਰਿਹਾ ਇੱਕ ਸ਼ਾਰਟਕਟ ਹੋਰ ਸਰ ਵੇਰੀਏਬਲ ਸੈਪਰੇਬਲ ਹੈ ਇਹ ਹਨਾ ਹੈ ਕਿਤੇ ਵੇਰੀਏਬਲ ਸੈਪਰੇਬਲ ਉੱਥੇ ਵੀ ਜਾਣ ਦੀ ਲੋੜ ਨਹੀਂ ਹੈਗੀ ਪਰ ਆਪਾਂ ਨੂੰ ਧਿਆਨ ਨਾਲ ਵੇਖੋ ਥੱਲੇ ਆਪਸ਼ਨ ਪੁੱਟ ਕਰਕੇ ਵੇਖ ਲਓ ਇੱਥੇ ਕੀ ਆ y = x y ਡੈਸ਼ ਕੱਢੋ ਕਿੰਨਾ ਆ ਗਿਆ 1 ਆ ਗਿਆ ਇਹ 'ਚ ਪੁੱਟ ਕਰਕੇ ਵੇਖੋ x * 1 ਮਾਈਨਸ y ਦੀ x ਪੁੱਟ ਕਰ ਦੋ ਸੈਟੀਸਫਾਈ ਕਰ ਗਿਆ ਬਣ ਗਿਆ ਸੋਲੂਸ਼ਨ ਗੱਲ ਖਤਮ ਹਾਂਜੀ ਸਰ ਇਹ ਤਾਂ ਹਰ ਵਾਰੀ ਅਲੱਗ ਕੰਡੀਸ਼ਨ ਹੈ ਮਤਲਬ ਹਾਂ ਥੋੜਾ ਜਿਹਾ ਆਪਣਾ ਖੁੱਲਾ ਰੱਖੋ ਦਿਮਾਗ ਹਾਂ ਮਤਲਬ ਤੁਹਾਨੂੰ ਇੱਕ ਪੱਕਾ ਤਰੀਕਾ ਚ ਹੋਗਾ ਤੁਹਾਨੂੰ ਪੱਕਾ ਹੋਣਾ ਚਾਹੀਦਾ ਵੀ ਆਹ ਤਰੀਕਾ ਆਪਾਂ ਨੂੰ ਪੱਕਾ ਪਤਾ ਹੈ ਠੀਕ ਹੈ ਮਤਲਬ ਨਹੀਂ ਦਿਮਾਗ ਚ ਕੁਝ ਹੋ ਰਿਹਾ ਤਾਂ ਆਪਾਂ ਲਾਉਣ ਜੋਗੇ ਹੈਗੇ ਹੀ ਉਹਨੂੰ ਤੇ ਉਸ ਤੋਂ ਬਾਅਦ ਵੇਖ ਲਿਆ ਕਰੋ ਮਾੜਾ ਮੋਟਾ ਥੋੜਾ ਬਹੁਤ ਠੀਕ ਹੈ ਜੀ ਕਿ ਕਿੱਦਾਂ ਬਣਦਾ ਸੋਲੂਸ਼ਨ ਕਿੱਦਾਂ ਨਹੀਂ ਬਣਦਾ ਸਰ ਤੁਹਾਨੂੰ ਵੀ ਇਹਦਾ ਦੱਸਿਆ ਸੀਗਾ ਸਾਰੇ ਇਹਦਾ ਸੋਲੂਸ਼ਨ ਪੁੱਟ ਕਰਕੇ ਦੱਸਣਾ ਕਿ ਤੁਹਾਨੂੰ ਆਪਣੇ ਆਪ ਹੀ ਇਹ ਸਟ੍ਰਾਈਕ ਕਰ ਸਾਨੂੰ ਵੀ ਦੱਸਿਆ ਹੀ ਕਿਸੇ ਨੇ ਮਤਲਬ ਦਿਮਾਗ ਨਾ ਕਿਤੇ ਨੂੰ ਆਉਂਦਾ ਤੁਹਾਨੂੰ ਸਭ ਨੂੰ ਹੁੰਦਾ ਇੱਕ ਵਾਰੀ ਬੜਾ ਖੋਲਣ ਦੀ ਲੋੜ ਹੁੰਦੀ ਹੈ ਕਿ ਨਹੀਂ ਇਹਨੂੰ ਇਸ ਤਰੀਕੇ ਨਾਲ ਵੀ ਵੇਖੋ ਠੀਕ ਹੈ ਸਭ ਨੂੰ ਆਉਂਦਾ ਸਭ ਨੂੰ ਹੁੰਦਾ ਜੇ ਮਤਲਬ ਪੁੱਟ ਕਰਕੇ ਸੋਲੂਸ਼ਨ ਵੈਰੀਫਾਈ ਕਰਨਾ ਕਿੰਨੂੰ ਨਹੀਂ ਆਉਂਦਾ ਸਾਰੇ +2 ਤੋਂ ਕਰਦੇ ਹੁੰਦੇ ਆ +2 ਦੀ ਡਿਫਰੈਂਸ਼ੀਅਲ ਇਕੁਏਸ਼ਨ ਦੀ ਪਹਿਲੀ ਐਕਸਰਸਾਈਜ਼ ਇਹੀ ਹੈ ਕਿ ਸੋਲੂਸ਼ਨ ਵੈਰੀਫਾਈ ਕਰਨਾ ਉਹੀ ਦੱਸਿਆ ਬਸ ਕਰਨਾ ਹਾਲਾਂਕਿ ਆਪਣੇ ਐਮਐਸਸੀ ਐਮਸੀਕਿਊ ਚ ਭੁੱਲਿਆ ਹੁੰਦਾ ਕਿ ਵੈਰੀਫਾਈ ਵੀ ਕਰਾਉਣਾ ਹੈ ਆਪਾਂ ਪਤਾ ਸਭ ਨੇ +2 ਦੀ ਪਹਿਲੀ ਐਕਸਰਸਾਈਜ਼ ਇਹੀ ਕੀਤਾ ਹੈ ਜੋ ਨਾਲ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਨਾਲ ਇੱਕ ਸੋਲੂਸ਼ਨ ਦਾ ਪੁੱਟ ਕਰਕੇ ਵੇਖੇ ਆਪਾਂ ਆਉਂਦਾ ਸਭ ਨੂੰ ਹੈ ਇਹ ਸਰ ਉਹ ਵਾਲੇ ਕੁਐਸਚਨਸ ਆ ਨਾ ਜਿਨ੍ਹਾਂ ਦੇ ਜ਼ਿਆਦਾ ਮਾਰਕਸ ਮਿਲਦੇ ਹੁੰਦੇ ਸੀਗੇ ਹੁਣ ਉਹ 1 ਮਾਰਕਸ ਚ ਕਨਵਰਟ ਹੋ ਗਏ ਹਨਾ ਉਹ ਵਾਲੇ ਮੈਥਡ ਵੈਰੀਫਾਈ ਬਿਲਕੁਲ ਠੀਕ ਹੈ ਜੀ ਹਾਂਜੀ ਓਕੇ ਤੇ ਫਿਰ ਸੋਲੂਸ਼ਨਸ ਓਕੇ ਫਿਰ ਵੀ ਕਰੋ
ਐਕਸਕਿਊਜ਼ ਮੀ ਸਰ ਹਾਂਜੀ ਸਰ ਇੱਕ ਉਹ ਵਾਲੇ ਕੁਐਸਚਨ ਜਿਹੇ ਹੁੰਦੇ ਨੇ ਨਾ ਜਿਹਦੇ ਵਿੱਚ ਆਪਾਂ ਉਹ ਦੱਸਣੀ ਹੁੰਦੀ ਹੈ ਵੀ ਇਹ ਕਿਹੜੀ ਇਕੁਏਸ਼ਨ ਹੈ ਪੈਰਾਬੋਲਿਕ ਹੈ ਜਾਂ ਇਲਿਪਟਿਕ ਵਾਲੀ ਹੈ ਆਪਣੇ ਸਿਲੇਬਸ ਨਹੀਂ ਹੈਗਾ ਉਹ ਵਾਲਾ ਕੁਐਸਚਨ, ਠੀਕ ਹੈ। ਵੈਸੇ ਮੈਂ ਦੱਸ ਦਿੰਦਾ ਕੀ ਆ, ਆਪਣੇ ਸਿਲੇਬਸ ਇਹਨਾਂ ਨਹੀਂ ਤੇ ਹੈਗਾ। ਤਾਂ ਨਹੀਂ ਆਉਂਦੇ ਉਹ ਨਹੀਂ ਉਹ ਪਾਰਸ਼ੀਅਲ ਡੈਰੀਵੇਟਿਵਸ ਦੇ ਵਿੱਚ ਹੈ। ਆਪਣੇ ਸਿਲੇਬਸ ਮਾਸਟਰ ਕੇਡਰ ਦੇ ਸਿਲੇਬਸ ਚ ਪਾਰਸ਼ੀਅਲ ਡਿਫਰੈਂਸ਼ੀਅਲ ਇਕੁਏਸ਼ਨਸ ਸਿਲੇਬਸ ਚ ਹੀ ਨਹੀਂ ਹੈ, ਠੀਕ ਹੈ ਸਰ ਠੀਕ ਹੈ, ਸਿਲੇਬਸ ਚ ਹੀ ਨਹੀਂ। ਕੀ ਕਰੋ, ਪੀ ਡਿਸਕ੍ਰਿਮੀਨੈਂਟ ਲੱਭਣਾ ਹੋਵੇ ਤੇ ਆਪ ਇਨਵੈਲਪ ਲੱਭਣਾ ਹੋਵੇ, ਸੇਮ ਕੰਮ ਕਰਿਆ ਕਰੋ ਜਿਵੇਂ ਕੱਲ ਦੱਸਿਆ ਨਾ, ਇਨਵੈਲਪ ਕਰ ਲੱਭਣਾ ਕਰੋ, ਸੋਲਵ ਨੂੰ ਇੱਕ ਮਿੰਟ ਚਾਹ ਬਸ। ਹਾਂਜੀ ਹੋ ਗਿਆ ਸੱਤਾ ਜੀ, ਹੋ ਗਿਆ ਜੀ। ਨਹੀਂ ਸਰ ये नहीं होया ठीक। मैं कह रहा बस ਜਦੋਂ ਪੀ ਡਿਸਕ੍ਰਿਮੀਨੈਂਟ ਕੱਢਣਾ ਕਹਿ ਦੇ ਜਾਂ ਸੀ ਡਿਸਕ੍ਰਿਮੀਨੈਂਟ ਵੀ ਕਹਿ ਦੇ ਜਾਂ ਇਨਵੈਲਪ ਕਹਿ ਦੇ, ਇੱਕੋ ਹੀ ਕੰਮ ਕਰਨਾ ਹੈ ਆਪਾਂ। ਜੇ ਆਪਾਂ ਇੱਕੋ ਹੀ ਕੰਮ ਕਰਨਾ ਹੈ ਫਿਰ ਇਨਵੈਲਪ ਕੱਢ ਦੋ ਸਿੱਧਾ ਇਹਦਾ ਇਨਵੈਲਪ ਆਪਾਂ ਕੱਲ ਲਿਖਿਆ ਹੀ ਕੀ ਹੁੰਦਾ ਹੈ, ਇਹਦਾ ਇਨਵੈਲਪ ਕੀ ਹੁੰਦਾ ਹੈ, y ਸਕੁਅਰ ਇਕੁਅਲ ਟੂ 4ax, y square is equals to 4ax। ਇਹਦੀ ਵੈਲਿਊ ਇੱਥੇ 1 ਹੈ, ਫਿਰ ਕਿੰਨਾ ਦੇਗਾ y ਸਕੁਅਰ ਇਕੁਅਲ ਟੂ 4x। ਕੱਢਣ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਆਪਣੇ ਕੋਲ, ਇੱਥੇ ਕੱਢਣਾ ਤੇ ਹੈ ਹੀ ਨਹੀਂ, ਠੀਕ ਹੈ। ਇਹ ਕੱਢਣਾ ਪਿਆ ਜੇ ਫਿਰ ਕਿੱਦਾਂ ਕੱਢਣਾ ਆਪਾਂ, ਵੇਖੋ ਜਿਵੇਂ ਕੱਲ ਕੀਤਾ ਸੀ ਆਪਾਂ ਇਹ ਕਰਦੇ ਹਾਂ, ਜਿਹੜੀ ਇਕੁਏਸ਼ਨ ਦਿੱਤੀ ਆ ਉਹਨੂੰ ਇਕੁਅਲ ਟੂ 0 ਰੱਖਣਾ, ਉਹਦਾ ਪਾਰਸ਼ੀਅਲ ਡੈਰੀਵੇਟਿਵ ਕਰਨਾ ਵਿਦ ਰਿਸਪੈਕਟ ਟੂ p, ਉਹਨੂੰ 0 ਰੱਖਣਾ। ਦੋਵਾਂ ਨੂੰ ਸੋਲਵ ਕਰਕੇ ਕੀ ਕਰਦੇ ਆਪਾਂ, p ਨੂੰ ਐਲੀਮੀਨੇਟ ਕਰ ਦਿੰਦੇ ਆ, ਹੈ ਨਾ, ਯਾਦ ਹੈ। ਬਸ ਉਹੀ ਕੰਮ ਕਰਨਾ ਆਪਾਂ ਇੱਥੇ, ਕਰੋ ਫਿਰ ਕਰੋ ਸਾਰੇ। ਇੱਕ ਇਹ ਇਕੁਏਸ਼ਨ, ਇੱਕ ਇਹਦਾ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ p ਕਰਾਂਗੇ, p ਨਾਲ ਇਹ 0 ਹੋ ਜਾਏਗਾ, ਇਧਰ x ਬਾਹਰ ਰੱਖਿਆ, p ਦਾ ਡੈਰੀਵੇਟਿਵ 1 ਆ ਜਾਏਗਾ, -1 upon p ਸਕੁਅਰ ਆ ਜਾਏਗਾ। ਆਪਣੇ ਨੂੰ ਕਿੰਨਾ ਆ ਗਿਆ ਜੀ, p ਸਕੁਅਰ ਇਜ਼ ਇਕੁਅਲ ਟੂ 1/x ਆ ਗਿਆ, ਠੀਕ ਹੈ ਜੀ। ਇਹਦੀ ਗੱਲ ਕੀਤੀ ਸੀ ਆਪਾਂ, ਸਕੁਅਰਿੰਗ ਕੀਤੀ ਸੀ, ਆਪਣੇ ਕੋਲ ਆ ਜਾਏਗਾ y ਸਕੁਅਰ ਇਜ਼ ਇਕੁਅਲ ਟੂ p ਸਕੁਅਰ x ਸਕੁਅਰ ਪਲੱਸ 1/p
p ਸਕੁਅਰ ਪਲੱਸ ਹਾਂਜੀ 2x। ਸੋ p ਸਕੁਅਰ ਜਗ੍ਹਾ x ਸਕੁਅਰ ਦੀ ਜਗ੍ਹਾ ਤੇ 1/x ਪੁੱਟ ਕਰਾਂਗੇ, ਇੱਥੇ ਆਪਣੇ ਕੋਲ x ਬਚ ਜਾਏਗਾ। 1/p ਸਕੁਅਰ ਦੀ ਜਗ੍ਹਾ ਤੇ ਇੱਥੇ ਆਪਣੇ ਕੋਲ x ਆ ਜਾਏਗਾ ਪਲੱਸ 2x ਇਜ਼ ਇਕੁਅਲ ਟੂ 4x। ਸੋ ਆਪਣੇ ਕੋਲ ਕੀ ਆ ਗਿਆ, p ਡਿਸਕ੍ਰਿਮੀਨੈਂਟ ਆ ਗਿਆ y ਸਕੁਅਰ ਇਕੁਅਲ ਟੂ y ਸਕੁਅਰ ਮਾਈਨਸ 4x ਇਕੁਅਲ ਟੂ 0। ਠੀਕ ਹੈ ਜੀ। ਵੈਸੇ ਆਪਾਂ ਸਿੱਧਾ ਯਾਦ ਹੋਣਾ ਚਾਹੀਦਾ, ਸਿੱਧਾ ਨਹੀਂ ਯਾਦ ਤੇ ਇਹ ਤਰੀਕਾ ਆਪਣਾ ਪੱਕਾ ਹੋਣਾ ਚਾਹੀਦਾ ਕਿ ਜਿਹੜੀ ਗਿਵਨ ਇਕੁਏਸ਼ਨ ਹੈ ਉਹ ਲਓ, ਉਹਦਾ ਪਾਰਸ਼ਲ ਡੈਰੀਵੇਟਿਵ ਕਰੋ ਵਿਦ ਰਿਸਪੈਕਟ ਟੂ p। ਠੀਕ ਹੈ ਜੀ, ਤੇ ਦੋਵਾਂ ਵਿੱਚੋਂ p ਨੂੰ ਐਲੀਮੀਨੇਟ ਕਰ ਦਿਓ। ਅਗਰ c ਡਿਸਕ੍ਰਿਮੀਨੈਂਟ ਆ ਜਾਏ ਫਿਰ ਵੀ ਸੇਮ ਕਰਨਾ ਹੈ। ਠੀਕ ਹੈ ਜੀ, ਉਹਦੇ ਬਸ ਕੀ ਕਰਨਾ, ਉਹਦੀ ਦੀ f ਲਈ ਇੱਥੇ ਆਪਾਂ ਗਿਵਨ ਇਕੁਏਸ਼ਨ ਲਈ ਹੁੰਦੀ ਹੈ, ਉੱਥੇ ਆਪਾਂ f ਦੀ ਜਗ੍ਹਾ ਤੇ ਕੀ ਲੈਣਾ, ਦਾ ਸੋਲੂਸ਼ਨ ਲੈਣਾ ਹੈ। ਅਗਰ ਫਾਈ ਦਾ ਸੋਲੂਸ਼ਨ ਹੈ ਫਾਈ ਇਕੁਅਲ ਟੂ 0 ਤੇ ਕਰਲੀ f ਬਾਈ ਕਰਲੀ c ਉਹ ਚ ਆਏਗਾ ਨਾ ਕੋਈ ਆਰਬਿਟਰੀ ਕਾਂਸਟੈਂਟ ਆਏਗਾ, ਉਹਨਾਂ ਕਰਨਾ ਹੈ ਡੈਰੀਵੇਟਿਵ ਆਪਾਂ। ਠੀਕ ਹੈ ਜੀ, ਉੱਥੋਂ ਆਪਾਂ ਕੀ ਰਿਮੂਵ ਕਰ ਦੇਣਾ, c ਰਿਮੂਵ ਕਰ ਦੇਣਾ, ਉੱਥੋਂ ਆਪਣੇ ਕੋਲ ਆ ਜਾਏਗਾ ਜੀ c ਡਿਸਕ੍ਰਿਮੀਨੈਂਟ। ਈਜ਼ੀ ਦੀ। ਠੀਕ ਹੈ ਸਰ ਇਨ ਸ਼ੋਰਟ ਕਿਵੇਂ ਕਰਿਆ ਸੀ ਤੁਹਾਨੇ? ਸ਼ਾਰਟ ਬਸ ਦੱਸਿਆ, ਕੱਲ ਆਪਾਂ ਲਿਖਿਆ ਇਹਦਾ ਇਨਵੈਲਪ ਕੀ ਹੁੰਦਾ ਹੈ, ਗੱਲ ਯਾਦ ਕਰਾਤਾ ਸੀ। ਫਾਰਮੂਲੇ ਲਿਖੇ ਨਾ ਇਹਨਾਂ ਦੇ ਇਨਵੈਲਪ ਦੇ ਆਪਾਂ ਲਾਸਟ ਦੇ ਵਾਲੇ ਪੇਜ ਦੇ ਉੱਪਰ, ਉਹ ਬਸ ਉੱਥੋਂ ਲਿਖ ਲਿਆ ਸਿੱਧਾ ਹੀ ਇਨਵੈਲਪ। p ਡਿਸਕ੍ਰਿਮੀਨੈਂਟ ਕੱਢਿਆ ਪੁੱਛੇ ਜਾਂ ਇਨਵੈਲਪ ਪੁੱਛੇ ਸੇਮ ਹੀ ਹੁੰਦਾ ਹੈ। ਠੀਕ ਆ, ਲਿਖਿਆ ਸੀ ਆਪਾਂ ਕਿ y is equal to mx plus aym ਦਾ ਕੀ ਹੁੰਦਾ ਜੀ, y square equal to 4ax। ਕੱਲ ਲਿਖਿਆ ਸੀ ਫਾਰਮੂਲਾ, ਯਾਦ ਕਰ ਲਿਓ 4-5 ਜਿਹੜੇ ਹੈਗੇ। ਠੀਕ ਹੈ, ਯਾਦ ਕਰ ਲਿਓ ਸੀ ਕੱਲ। ਜਿਹੜੀ ਚੀਜ਼ ਕਹਿੰਦੇ ਨੇ ਯਾਦ ਕਰ ਲਓ, ਉਹਨੂੰ ਕਰ ਲਿਆ ਕਰੋ ਯਾਦ। ਉਹਨੂੰ ਇਹ ਨਾ ਕਿਹਾ ਕਰੋ ਵੀ ਹਾਏ ਕਿ ਮਤਲਬ ਯਾਦ ਕਰਾਂਗੇ ਤੇ ਬਣੀ ਕਿੱਡੀ ਕੁ ਮਾੜੀ ਚੀਜ਼ ਹੈ, ਯਾਦ ਕਰ ਲਿਆ ਕਰੋ। ਜੋ MCQ ਨੇ ਜਾਂ ਜੋ ਇਦਾਂ ਦੇ ਪੇਪਰ ਹੁੰਦੇ ਆਪਣੇ, ਉਹਨਾਂ ਲਈ ਚੀਜ਼ਾਂ ਕਈ ਯਾਦ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਨੇ। ਉੱਥੇ ਬਹਿ ਕੇ ਤੁਸੀਂ ਕ੍ਰੀਏਟ ਕਰੋਗੇ, ਟਾਈਮ ਲੈ ਜਾਣਗੀਆਂ ਚੀਜ਼ਾਂ, ਕੋਈ ਬੱਚਾ ਹੋਰ ਅੱਗੇ ਲੰਘ ਜਾਏਗਾ ਤੁਹਾਡੇ ਤੋਂ ਪਹਿਲਾਂ। ਠੀਕ ਹੈ ਜੀ, ਤੇ ਜਿਹੜੀ ਚੀਜ਼ ਕਹੀ ਹੁੰਦੀ ਯਾਦ ਕਰ ਲਈ, ਉਹਨੂੰ ਕਰ ਲਿਆ ਕਰੋ ਯਾਦ। ਯਾਦ ਕਰਨ 'ਚ ਕੋਈ ਬਹੁਤਾ ਮਾੜਾ ਕੰਮ ਨਹੀਂ ਹੁੰਦਾ। ਠੀਕ ਹੈ, ਰੱਟਾ ਮਾਰਨਾ ਮਾੜੀ ਚੀਜ਼ ਹੈ, ਮਤਲਬ ਕੋਈ ਸਮਝਣ ਵਾਲੀ ਚੀਜ਼ ਉੱਥੇ ਰੱਟਾ ਮਾਰਦੇ ਹੋ ਮਾੜੀ ਚੀਜ਼ ਹੈ। ਜਿਹੜੀ ਚੀਜ਼ ਯਾਦ ਕਰਨੀ ਉਹਨੂੰ ਕਰ ਲਿਆ ਕਰੋ, ਉਹ ਤੋਂ ਨਾ ਘਬਰਾਇਆ ਕਰੋ। ਠੀਕ ਹੈ ਜੀ। ਯੈਸ ਸਰ। ਬਾਕੀ ਫਿਰ ਤੁਸੀਂ ਬਹੁਤਾ ਕੁਝ ਹੈ ਨਹੀਂ ਕਰਨੀ। ਅਸਾਈਨਮੈਂਟਸ ਜੋ ਜਿਹੜੀ ਭਾਈ ਇੱਕ ਦਿੱਤੀ ਅਸਾਈਨਮੈਂਟ ਉਹ ਕਰੋ। ਆਈ ਥਿੰਕ 100 ਕੁ ਸਵਾਲ ਭੇਜਿਆ ਸੀ ਮੈਂ, ਉਹ ਥੋੜੇ ਸੌਖੇ ਹੋਈ ਕਰਿਓ, ਹਰੇਕ ਸਵਾਲ ਦੇ ਮਗਰ ਨਾ ਪਿਓ। ਠੀਕ ਹੈ ਜੀ, ਤੇ ਇੱਕ ਅਸਾਈਨਮੈਂਟ ਤੁਹਾਨੂੰ ਲੈਜੈਂਡਰੀ ਤੇ ਬੈਸਲ ਸੀ ਮੈਂ ਹੋਰ ਦੇ ਦਿੰਦਾ ਅੱਜ। ਠੀਕ ਹੈ, ਇਹਨਾਂ ਨੂੰ ਕਰੋ। ਡਿਫਰੈਂਸ਼ੀਅਲ ਇਕੁਏਸ਼ਨ ਸਕੋਰਿੰਗ ਟੌਪਿਕ ਹੈ, ਈਜ਼ੀ ਟੌਪਿਕ ਹੈ। ਠੀਕ ਹੈ ਜੀ, ਤੇ ਕੱਲ ਆਪਾਂ ਡਾਊਟਸ ਲੈਣੇ ਆ, ਫਿਰ ਕੱਲ ਡਾਊਟਸ ਲੈ ਕੇ ਜਾਂ ਫਿਰ ਆਪਾਂ ਨਵਾਂ ਟੌਪਿਕ ਸ਼ੁਰੂ ਕਰਾਂਗੇ, ਕਿਉਂਕਿ ਆਪਾਂ ਨੂੰ ਥੋੜੀ ਸਪੀਡ ਫੜਨ ਦੀ ਕੋਸ਼ਿਸ਼ ਕਰਨੀ ਪੈਣੀ ਆ। ਕਾਰਨ ਇਹ ਹੈ ਕਿ ਜੋ ਸਰਕਾਰ ਆਪਣੀ ਉਹ ਫਾਸਟ ਟਰੈਕ ਮੋਡ ਤੇ ਲੱਗੀ ਪਈ ਹੈ। ਠੀਕ ਹੈ ਜੀ, ਅੱਜ ਉਹ ਸਰ ਜੋ ਲੈਜੈਂਡਰ ਵਾਲੇ ਟੌਪਿਕ ਨੇ ਉਹਦੇ ਫਾਰਮੂਲੇ ਲਰਨ ਨਹੀਂ ਹੁੰਦੇ, ਬਹੁਤ ਔਖੇ ਲੱਗਦੇ ਨੇ। ਥੋੜੇ ਉਹਦੇ ਕਰਨੇ ਪੈਣੇ, ਮਤਲਬ ਉਹ ਸੱਚੀ ਤੁਹਾਨੂੰ ਕਰਨੇ ਪੈਣੇ ਨੇ। ਮੈਂ ਤਾਂ ਹੀ ਕਹਿੰਦਾ ਉਹਨੂੰ ਹੁਣ ਨਾ ਯਾਦ ਕਰੋ, ਉਹਨੂੰ ਪੇਪਰ ਤੋਂ ਇੱਕ ਦਿਨ ਪਹਿਲਾਂ ਯਾਦ ਕਰਿਓ। ਹੁਣ ਯਾਦ ਕਰੋਗੇ ਪੱਕਾ ਭੁੱਲ ਜਾਣੇ, ਕਦੀ ਨਹੀਂ ਯਾਦ ਰਹਿਣੇ। ਮੈਨੂੰ ਅੱਜ ਤੱਕ ਨਹੀਂ ਰਿਹਾ ਕਿ ਨਹੀਂ ਰਹਿੰਦੇ ਹੁੰਦੇ ਯਾਦ। ਉਹਨੂੰ ਪੇਪਰ ਤੋਂ ਯਾਦ ਹੀ ਇੱਕ ਦਿਨ ਪਹਿਲਾਂ ਕਰੋ। ਠੀਕ ਹੈ ਜੀ, ਸਰ ਉਹ ਕਈ ਕਾਫੀ ਆ ਹਨਾ ਫਾਰਮੂਲਾਸ ਤਾਂ ਉਹਦੇ ਸਾਰੇ ਵਿੱਚੋਂ ਕਿਹੜੇ ਜਿੰਨੇ ਮੈਂ ਲਿਖਾਏ ਬਸ ਉਹੀ ਯਾਦ ਕਰ ਲਓ। ਬਾਕੀ ਮੈਂ ਤਾਂ ਹੀ ਲਿਖਾਏ ਨਹੀਂ, ਬਾਕੀ ਮੈਂ ਜਿਨ੍ਹਾਂ ਦਾ ਕੋਈ ਬਹੁਤਾ ਯੂਜ਼ ਨਹੀਂ ਮੈਂ ਬਾਅਦ ਲਿਖਾਏ ਨਹੀਂ ਉਹ, ਤਾਂ ਹੀ ਕਰਕੇ। ਠੀਕ ਹੈ, ਰੈਕਰੈਂਸ ਵਾਲੇ ਮੈਂ ਨਹੀਂ ਲਿਖਾਏ, ਤੁਸੀਂ ਰੈਕਰੈਂਸ ਵਾਲੇ ਛੱਡ ਦਿਓ। ਓਕੇ ਸਰ। ਠੀਕ ਹੈ, ਟਾਈਮ ਖਰਾਬ ਹੈ। ਰੈਕਰੈਂਸ ਵਾਲੇ ਨੂੰ ਯਾਦ ਵੀ ਨਹੀਂ ਹੁੰਦੇ, ਸਾਰੇ ਇੱਕੋ ਜਿਹੇ ਹੈਗੇ ਨੇ। ਠੀਕ ਹੈ, ਮੈਂ ਤਾਂ ਹੀ ਲਿਖਵਾਏ ਵੀ ਨਹੀਂ, ਮੈਂ ਉਹ ਕਰੋ ਵੀ ਨਾ। ਜਿੰਨੇ ਕ ਆਪਾਂ ਲਿਖ ਲਏ ਇੰਨੇ ਕਰ ਲਓ। ਜਿਵੇਂ ਇਹਦੀ P3 ਤੱਕ ਵੈਲਿਊ ਯਾਦ ਕਰ ਲਓ, ਵੈਸੇ ਵੱਧ ਤੋਂ ਵੱਧ P2 ਤੱਕ ਯਾਦ ਕਰ ਲਓ, ਉਹ ਤੱਕ ਕਰਨ ਦੀ ਲੋੜ ਨਹੀਂ। ਠੀਕ ਹੈ, ਇਹ ਵਾਲਾ ਫਾਰਮੂਲਾ ਸੌਖਾ, ਇਹ ਯਾਦ ਹੋ ਜਾਊਗਾ, ਇਹਨੂੰ ਕਰ ਲਓ। ਇਹਨੂੰ ਕਰਨ ਦੀ ਕੋਈ ਲੋੜ ਨਹੀਂ ਉੱਪਰ ਵਾਲੇ ਨੂੰ, ਬਸ ਲਿਖੋ। ਜਸਟ ਆਪਾਂ ਲਿਖਿਆ ਸਿਰਫ ਲਿਖਣ ਦੇ ਮਸਲੇ ਲਈ, ਹੋਰ ਨਹੀਂ ਕਰਨਾ। ਇਹਦੇ ਇਹ 4 ਸੌਖੇ ਨੇ, ਜਿਹਨਾਂ ਨੂੰ ਤਿੰਨਾਂ ਨੂੰ ਯਾਦ ਕਰ ਲਓ। ਇਹ ਦੋਨੋਂ ਸੌਖੇ ਨੇ, ਕੁਝ ਨਹੀਂ ਹੈਗਾ ਵੀ ਯਾਦ ਹੋ ਜਾਣਗੇ। ਠੀਕ ਹੈ, ਬੈਸਲਸ ਤੋਂ ਇਹ ਵਾਲਾ ਫਾਰਮੂਲਾ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇਹ 4 ਕਰ ਲਓ ਬਸ, ਇਹ ਵਾਲੇ 4-5, ਇਹ 5 ਕਰ ਲਓ। ਠੀਕ ਹੈ ਜੀ, ਸਰ ਵੈਸੇ ਇੱਕ ਮਾਰਕਸ ਤੇ ਆ ਜਾਂਦੇ ਇਹਨਾਂ ਵਿੱਚੋਂ ਕੁਐਸਚਨਸ ਜਿਹੜੇ ਲਾਸਟ ਵਾਲੇ ਟੌਪਿਕ ਹੈਗੇ ਆ। 1 ਜਾਂ 2 ਨੰਬਰ ਦਾ ਸਵਾਲ ਹੁੰਦਾ, ਲੈਜੈਂਡਰੀ ਬੈਸਲ ਚ ਬਹੁਤਾ ਕੁਝ ਨਹੀਂ ਹੁੰਦਾ। ਠੀਕ ਹੈ, ਤਾਂ ਇਹ ਤੇ ਬਹੁਤਾ ਦਿਮਾਗ ਖਪਾਉਣ ਦੀ ਲੋੜ ਨਹੀਂ ਹੈ। ਪੇਪਰ ਤੋਂ ਇੱਕ ਦਿਨ ਪਹਿਲਾਂ ਫਾਰਮੂਲੇ ਪੜ੍ਹ ਕੇ ਜਾਣੇ ਬਸ ਆਪਾਂ। ਓਕੇ ਠੀਕ ਹੈ ਜੀ, ਜਿਵੇਂ ਇੰਨੇ ਛੋਟੇ ਟੌਪਿਕਸ ਨੇ, ਜਿਵੇਂ ਨਿਊਮੈਰੀਕਲ, ਜਿਵੇਂ ਮੈਂ ਦੱਸਦਾ ਮੇਰੇ ਪੇਪਰ ਦਾ ਐਕਸਪੀਰੀਅੰਸ ਕੀ ਆ। ਨਿਊਮੈਰੀਕਲ ਐਨਾਲਿਸਿਸ ਹੋ ਗਿਆ, ਤੇ ਇੱਕ ਦੋ ਹੋਰ ਛੋਟੇ ਟੌਪਿਕ ਨੇ, COV ਹੋ ਗਿਆ। ਇਹਦੇ ਮੈਂ ਇੱਕ ਪੇਜ ਦਾ ਲਿਖ ਕੇ ਰੱਖ ਲੈਂਦਾ ਹੁੰਦਾ। ਜਦੋਂ ਮੈਂ ਕਲਾਸ ਲੱਗੀ ਮੈਂ ਲਿਖ ਕੇ ਰੱਖ ਲਏ, ਮੈਂ ਪੜ੍ਹਦਾ ਨਹੀਂ ਉਹਨਾਂ ਨੂੰ। ਇੱਕ ਪੇਜ ਲਿਖ ਕੇ ਰੱਖ ਲਿਆ, ਪੇਪਰ ਤੋਂ ਇੱਕ ਦਿਨ ਪਹਿਲਾਂ ਖੋਲਣੇ ਬਸ। ਮੈਂ ਪੇਪਰ ਤੋਂ ਇੱਕ ਦਿਨ ਪਹਿਲਾਂ ਖੋਲੇ, ਇੱਕ ਦਿਨ ਪਹਿਲਾਂ ਪੜ੍ਹੇ, ਸਵੇਰੇ ਪੇਪਰ ਤੋਂ ਜਾਣ ਤੋਂ ਪਹਿਲਾਂ ਰਾਸਤੇ 'ਚ ਪੜ੍ਹੇ, ਬਸ ਗੱਲ ਖਤਮ। ਉਹ ਘੰਟੇ ਤੱਕ ਕਦੇ ਯਾਦ ਰਹਿ ਜਾਣਗੇ, ਮਾਰਕ ਕੀਤਾ, ਗੱਲ ਖਤਮ। ਮੇਰਾ ਪਰਪਸ ਪੂਰਾ ਹੋ ਗਿਆ। ਠੀਕ ਹੈ ਨਾ, ਆਪਾਂ ਜਿਹੜੀ PhD ਕਰਨੀ, ਆਪਣਾ ਪਰਪਸ ਪੂਰਾ ਕਰਨਾ, ਨੰਬਰ ਲੈਣ ਦਾ। ਤੇ ਨਿਊਮੈਰੀਕਲ ਦਾ ਤਾਂ ਥੋੜਾ ਹੋ ਜਾਂਦਾ ਨਾ ਇੰਨੇ ਕੁ ਦੇ ਨਾਲ। ਨਿਊਮੈਰੀਕਲ ਜਿਵੇਂ ਸਾਡੇ ਵਾਲੇ ਨਿਊਮੈਰੀਕਲ ਬਹੁਤ ਥੋੜਾ ਹੁੰਦਾ ਹੈ। ਮੈਂ ਤਾਂ ਸਿਰਫ ਕੀ ਕੀਤਾ, ਮੈਂ ਲਿਖ ਕੇ ਰੱਖ ਲਏ। ਇੱਕ ਦਿਨ ਪਹਿਲਾਂ ਮੈਂ ਇਹਨੂੰ ਇੱਕ ਦਿਨ ਪਹਿਲਾਂ ਕਿ ਰਾਸਤੇ 'ਚ ਮੈਂ ਖੋਲਿਆ, ਸਿਰਫ 4 ਪੇਜ ਸੀਗੇ, 4 ਛੋਟੇ ਟੌਪਿਕਸ ਦੇ ਬਣਾਏ। ਮੈਂ ਰਾਸਤੇ 'ਚ ਖੋਲੇ, ਡਿਟੋ ਸਵਾਲ ਉਹੀ ਆਏ ਪਏ ਨੇ ਜੋ ਪੜ੍ਹ ਕੇ ਗਿਆ। ਸਵਾਲ ਵੀ ਕੀ ਉਹਨੇ ਸਿਰਫ ਫਾਰਮੂਲੇ ਹੀ ਪੁੱਛੇ ਪਏ ਨੇ, ਖੁਦ ਨਹੀਂ ਪੁੱਛਦੀ ਉਹ।
ਇੰਨਾ ਕੁ ਬੇਸਿਕ ਪੇਪਰ ਆਉਣਾ ਹੈ। ਤਾਂ ਅਗਰ ਤੁਹਾਨੂੰ ਲੱਗਦਾ ਕਿ ਫਾਰਮੂਲਾ ਯਾਦ ਨਹੀਂ ਹੋਣ ਡਿਆ, ਉਹਨੂੰ ਛੱਡ ਦੋ, ਹੁਣ ਲਿਖ ਕੇ ਰੱਖ ਲਓ, ਛੱਡ ਦੋ, ਆਪਣੀ ਆਪਣੀ ਹੈਂਡ ਰਾਈਟਿੰਗ ਜ਼ਰੂਰ ਲਿਖੋ, ਛੱਡ ਦੋ ਉਹਨੂੰ, ਪੇਪਰ ਦੇ ਦਿਨ ਪਹਿਲਾਂ ਸਿੱਧਾ ਖੋਲੋ ਜਾ ਕੇ ਉਹਨੂੰ, ਠੀਕ ਹੈ, ਉਹ ਤੁਹਾਡੇ ਲਈ ਫਾਇਦੇਮੰਦ ਬਹੁਤ ਹੋਏਗਾ। ਯੈਸ ਸਰ। तो मतलब थोड़ा स्मार्ट वर्क करने की लोड़ होती है, हर चीज ਨੂੰ मतलब ਪੂਰੇ ਉਸ ਤਰੀਕੇ ਨਾਲ ਪੜਨ ਦੀ ਲੋੜ ਨਹੀਂ ਹੁੰਦੀ, ਠੀਕ ਹੈ, ਜਿਵੇਂ ਆਪਾਂ ਹਰੇਕ ਟੌਪਿਕ ਨੂੰ मतलब ਬਰਾਬਰ ਟਾਈਮ ਦੇਣ ਦੀ ਕੋਈ ਲੋੜ ਨਹੀਂ ਹੁੰਦੀ। ਹਰੇਕ ਟੌਪਿਕ 'ਚ ਕੁਝ ਹੁੰਦਾ, ਮੇਜਰ ਪਾਰਟ ਜਿਹੜਾ ਜ਼ਿਆਦਾ ਹੁੰਦਾ ਹੈ, ਜਿਹੜਾ ਹੁੰਦਾ ਹੈ ਜਿਵੇਂ ਬਹੁਤ ਘੱਟ ਪੁੱਛਿਆ ਜਾਂਦਾ, ਜਿਵੇਂ ਡਿਫਰੈਂਸ਼ੀਅਲ ਕੁਐਸਚਨ ਸਭ ਤੋਂ ਵੱਧ ਕੀ ਪੁੱਛਿਆ ਜਾਂਦਾ, ਪਾਰਟਿਕੂਲਰ ਇੰਟੈਗਰਲ, ਸਭ ਤੋਂ ਵੱਧ ਪਾਰਟਿਕੂਲਰ ਇੰਟੈਗਰਲ ਪੁੱਛਿਆ ਜਾਂਦਾ ਹੈ। ਸੈਕੰਡਲੀ ਪੁੱਛਿਆ ਗਿਆ ਜਾਂਦਾ ਜਨਰਲ ਸੋਲੂਸ਼ਨ, ਥਰਡਲੀ ਰੌਨਸਕੀਅਨ, ਚੌਥੇ ਨੰਬਰ ਤੇ ਜੇ ਕਦੀ ਕਦਾਈ ਪੁੱਛ ਲਿਆ ਲੈਜੈਂਡਰੀ ਫੰਕਸ਼ਨ ਦਾ ਸਵਾਲ ਜਾਂ ਬੈਸਲ ਦਾ, ਉਹ ਵੀ ਇੰਨਾ ਕੁ ਸੌਖਾ ਕਿ ਵੇਦਿਆ ਹੋ ਜਾਂਦਾ, ਠੀਕ, ਇੰਨਾ ਚਾਰ ਸਰ ਪ੍ਰੋਪਰਟੀ ਸਿੰਗੂਲਰ ਸੋਲੂਸ਼ਨ ਨੂੰ ਕੱਢਣਾ ਤਾਂ ਨਹੀਂ ਆਉਂਦਾ ਹੈਗਾ? ਸਿੰਗੂਲਰ ਸੋਲੂਸ਼ਨ ਦਾ ਆਪਾਂ ਤਰੀਕਾ ਦੱਸਿਆ ਸੀ, ਇਦਾਂ ਹੀ ਕੱਢੋ ਸਿਰਫ ਉਹਨੂੰ, ਅਗਰ ਆ ਵੀ ਜਾਏ f = 0 ਤੇ ਕਰਲੀ f by ਕਰਲੀ p = 0 ਚੋਂ p ਨੂੰ ਰਿਮੂਵ ਕਰ ਦੋ, ਠੀਕ ਹੈ। ਇੱਕ ਇਹ ਤਰੀਕਾ ਯਾਦ ਰੱਖਣਾ ਹੈ, ਬਾਕੀ ਜਿਹੜੇ 4-5 ਆਪਾਂ ਲਿਖੇ ਯਾਦ ਰੱਖਣੇ ਆ, ਸਿੰਗੂਲਰ ਸੋਲੂਸ਼ਨ ਕਿਹਦਾ ਕੀ ਹੁੰਦਾ, ਜਿਹੜੇ ਆ 5 ਲਿਖੇ ਆਪਾਂ, ਠੀਕ ਹੈ ਜੀ। ਠੀਕ ਹੈ ਸਰ। ਤਰੀਕਾ ਯਾਦ ਤੁਹਾਨੂੰ ਹੁੰਦਾ f = 0 ਕਰਲੀ f by ਕਰਲੀ p = 0 ਚੋਂ ਰਿਮੂਵ ਕਰ ਦੋ p ਨੂੰ। 4-5 ਸਵਾਲ ਕਰੋ, ਨਹੀਂ ਹੁੰਦੇ ਮੇਰੇ ਕੋਲ ਲੈ ਕੇ ਆਓ, ਆਪਾਂ ਕਰਾਂਗੇ, ਠੀਕ ਹੈ। ਬਾਕੀ ਇਹ ਜਿਹੜੇ 5 ਨੇ, ਇਹਨਾਂ ਦੇ ਸਿੰਗੂਲਰ ਸੋਲੂਸ਼ਨ ਯਾਦ ਰੱਖਣੇ ਆਪਾਂ, ਇਹ ਨਹੀਂ ਭੁੱਲਣੇ ਚਾਹੀਦੇ ਤੁਹਾਨੂੰ। सर ये कर्व से करवाए हुए हैं सिंगुलर सॉल्यूशन, ਕਿਹੜਾ ਕਰਵ ਹੈ, ਕਿਹੜਾ ਉਹਦਾ ਇਨਵੈਲਪ ਹੈਗਾ, ਸਿੰਗੂਲਰ ਸੋਲੂਸ਼ਨ ਹੈ, ਆਪਾਂ ਪਤਾ ਇਨਵੈਲਪ ਸਿੰਗੂਲਰ ਸੋਲੂਸ਼ਨ ਹੁੰਦਾ ਹੈ, ਮਤਲਬ ਇਨਵੈਲਪ ਦਾ ਸਵਾਲ ਪੁੱਛ ਲਿਓ ਵੀ ਹੋ ਗਿਆ, ਸਿੰਗੂਲਰ ਸੋਲੂਸ਼ਨ ਦਾ ਸਵਾਲ ਪੁੱਛ ਲਿਓ ਵੀ ਇਹਨਾਂ ਨਾਲ ਹੋ ਗਿਆ। ओके सर, ਠੀਕ ਹੈ, ਇਹ 5 ਯਾਦ ਰੱਖਣੇ, 5 ਮੋਸਟ ਇੰਪੋਰਟੈਂਟ ਨੇ, ਠੀਕ ਹੈ। ਹੋ ਸਕਦਾ ਕਿ ਇਹਨਾਂ ਚ ਕੁਝ ਨਾ ਕੁਝ ਪੁੱਛ ਲਿਆ ਆਪਾਂ, ਠੀਕ ਹੈ ਜੀ। ਬਾਕੀ ਮੇਰੇ ਖਿਆਲ ਨਾਲ ਫਿਰ ਆਪਾਂ ਛੱਡ ਦਿੰਨੇ ਕਲਾਸ ਅੱਜ, ਮੈਨੂੰ ਲੱਗਦਾ ਤੁਸੀਂ ਸਵਾਲ ਸ਼ੁਰੂ ਨਹੀਂ ਕੀਤੇ ਜੇ, तो ਅੱਜ ਦਾ ਟਾਈਮ ਲਓ, ਸਵਾਲ ਕਰੋ, ਡਿਫਰੈਂਸ਼ੀਅਲ ਕੁਐਸਚਨ ਤੇ ਟਾਈਮ ਦਿਓ ਹੁਣ, ਠੀਕ ਹੈ, 2-4 ਦਿਨ ਇੰਟੀਗ੍ਰੇਸ਼ਨ ਬਸ ਕਰੋ ਹੁਣ, ਠੀਕ ਹੈ ਜੀ। ਸਰ ਨੈਕਸਟ ਟੌਪਿਕ ਕਿਹੜਾ ਕਰਾਣਾ? ਨੈਕਸਟ ਆਪਾਂ ਵੈਕਟਰਸ ਕਰਾਂਗੇ ਜੀ, ਮਤਲਬ ਉਹ ਸ਼ੇਡਡ ਏਰੀਆ ਨਹੀਂ ਹੋ ਰਹੇ। ਸ਼ੇਡਡ ਤੋਂ ਨਹੀਂ, ਤੁਸੀਂ ਕੁਐਸਚਨ ਦਿਓ ਮੈਨੂੰ, ਆਪਾਂ ਕਰ ਲਾਂਗੇ, ਕੋਈ ਨਹੀਂ, ਠੀਕ ਹੈ, ਕੋਈ ਨਹੀਂ, ਕੁਐਸਚਨ ਲੈ ਕੇ ਆਪਾਂ ਕਰ ਲਾਂਗੇ, ਜਿਹੜਾ ਨਹੀਂ ਹੁੰਦਾ ਤੁਸੀਂ ਦਿਓ ਜ਼ਰੂਰ। ਨੈਕਸਟ ਆਪਾਂ ਕਰਨਾ ਵੈਕਟਰਸ। ਵੈਸੇ ਆਪਣੇ ਕੋਲ ਲੀਨੀਅਰ ਇਨਇਕੁਐਲਿਟੀ ਜਿਹੜਾ ਟੌਪਿਕ ਨੂੰ ਲਾਸਟ ਤੇ ਕਰਾਂਗੇ, ਛੋਟਾ ਟੌਪਿਕ ਅੱਧੇ ਘੰਟੇ ਦਾ, ਉਹਨੂੰ ਆਪਾਂ ਟੌਪਿਕ ਕਰਨ ਤੋਂ ਬਿਨਾਂ ਵੀ ਸਵਾਲ ਦੇ ਕਰ ਸਕਦੇ ਆਪਾਂ, ਠੀਕ ਹੈ, ਉਹਨਾਂ ਨੂੰ ਬਾਅਦ ਚ ਕਰਾਂਗੇ ਆਪਾਂ। ਹੁਣ ਆਪਾਂ ਜਾਣਾ ਵੈਕਟਰ 3D ਵੱਲ, ਕੋਆਰਡੀਨੇਟ ਜਿਓਮੈਟਰੀ ਵੱਲ, ਉਹ ਮੇਜਰ ਟੌਪਿਕ ਹੈ, ਇੰਪੋਰਟੈਂਟ ਟੌਪਿਕ ਹੈ, ਠੀਕ ਹੈ। ਵੈਕਟਰਸ, ਸਟ੍ਰੇਟ ਲਾਈਨਸ, ਕੋਆਰਡੀਨੇਟ ਜਿਓਮੈਟਰੀ, 3D, ਇਹ ਕਰਨਾ ਹੈ ਆਪਾਂ ਇੱਥੇ, ਸਕੋਰਿੰਗ ਸਰ ਇਹ ਸਾਰਾ ਟੌਪਿਕ ਵਿੱਚ ਹੀ ਅੱਜ ਪੈਰਾਬੋਲਾ, ਇਲਿਪਸ, ਸਭ ਸਟ੍ਰੇਟ ਲਾਈਨ, ਸਭ ਵਿੱਚ ਹੀ ਅੱਜ ਸਭ ਕੁਝ ਇਕੱਠਾ ਹੀ ਕਰਨਾ ਆਪਾਂ, ਠੀਕ ਹੈ। ਇਹ ਇੰਪੋਰਟੈਂਟ ਤੇ ਸਕੋਰਿੰਗ ਟੌਪਿਕ ਨੇ, ਮੈਂ ਤਾਂ ਚਾਹੁੰਦਾ ਵੀ ਇਹ ਇਕੱਠਾ ਹੀ ਹੋ ਜਾਏ ਇੱਕ ਵਾਰੀ, ਠੀਕ ਹੈ ਸਰ, ਠੀਕ ਹੈ। ਸਕੋਰਿੰਗ ਟੌਪਿਕ ਨੇ, ਉਹਨਾਂ ਤੇ ਆਪਾਂ ਜ਼ੋਰ ਦੇਵਾਂਗੇ ਥੋੜਾ ਜਿਹਾ। ਮਾਸਟਰ ਕੇਡਰ ਲਈ ਇਸ ਟੌਪਿਕਸ ਬਹੁਤ ਸਕੋਰਿੰਗ ਨੇ, ਜਿਓਮੈਟਰੀ ਵਾਲੇ ਬਹੁਤ ਜ਼ਿਆਦਾ, ਠੀਕ ਹੈ। ਤਾਂ ਧਿਆਨ ਨਾਲ ਜ਼ੋਰ ਦੇਣਾ ਇਹਨਾਂ ਟੌਪਿਕਸ ਦੇ ਉੱਪਰ, ਹਾਲਾਂਕਿ ਪੇਪਰ ਆਉਂਦਾ ਬਹੁਤ ਸੌਖਾ ਇਹਨਾਂ ਚੋਂ, ਠੀਕ ਹੈ ਜੀ। ਬਾਕੀ ਫਿਰ ਮਿਲਦੇ ਆਪਾਂ ਕੱਲ, ਤੁਸੀਂ ਅਸਾਈਨਮੈਂਟ ਜੋ ਦਿੱਤੀਆਂ, ਇੱਕ ਦਿੱਤੀ ਆ, 2 ਨਾਲ ਸਵਾਲ ਦਿੱਤੇ, ਮੇਰੇ ਖਿਆਲ ਨਾਲ ਬੁੱਕ ਦੇ, ਮੈਂ ਉਹ ਕਰੋ, ਠੀਕ ਹੈ। ਤੇ ਇੱਕ ਦੀ ਅਸਾਈਨਮੈਂਟ ਮੈਂ ਹੋਰ ਦੇ ਦੇਣਾ, ਬੈਸਲ ਜਾਂ ਲੈਜੈਂਡਰੀ ਦੀ, ਠੀਕ ਹੈ। ਓਕੇ ਜੀ, ਫਿਰ ਮਿਲਦੇ ਹਾਂ ਆਪਾਂ ਕੱਲ। ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਸਰ। ਥੈਂਕ ਯੂ ਜੀ।